ਲਈ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ ਜੀ, ਚੜ੍ਹਦੀ ਕਲਾ ਜੀ, ਜ਼ਿੰਦਾਬਾਦ ਆ। ਅਸੀਂ ਇਸ ਵੇਲੇ ਨਿਆਗਰਾ ਫਾਲ ਤੇ ਆਏ ਹੋਏ ਹਾਂ ਜੀ। ਨਾਇਗਰਾ ਔਨ ਦ ਲੇਕਸ। ਹਾਂਜੀ, ਨਾਇਗਰਾ ਔਨ ਦ ਲੇਕ। ਕਈ ਸੱਜਣ ਇੱਥੇ ਨਾਇਗਰਾ ਕਹਿੰਦੇ ਆ, ਕਈ ਵੈਸੇ ਨਾਇਗਰਾ ਹੀ ਕਹਿੰਦੇ ਆ ਤੇ ਪਰ ਸਾਡੇ ਵਰਗੇ ਨਿਆਗਰਾ, ਜੀ। ਸਾਨੂੰ ਤਾਂ ਨਿਆਗਰਾ ਫਾਲ ਹੀ ਠੀਕ ਆ ਕਿਉਂਕਿ ਪਾਣੀ ਦੇ ਝਰਨੇ। ਤੇ ਅਸੀਂ ਇਸ ਵੇਲੇ ਲੇਕ ਦੇ ਉੱਤੇ ਆ ਤੇ ਇੱਥੇ ਬਹੁਤ ਸੋਹਣਾ ਵਾਤਾਵਰਨ, ਜੀ। ਬੜਾ ਆਨੰਦਮਈ ਮਾਹੌਲ ਹੈਗਾ, ਬਹੁਤ ਸ਼ਾਂਤਮਈ ਇੱਥੇ ਮਾਹੌਲ। ਬਿਲਕੁਲ ਪਾਣੀ ਆ ਜਿਹੜਾ ਨਾ ਉਹ ਕਲੋਲਾਂ ਕਰਦਾ ਫਿਰਦਾ ਹਾਂ। ਤੇ ਪਾਣੀ ਦੇ ਵਿੱਚ ਬੱਤਕਾਂ ਫਿਰਦੀਆਂ, ਉਹ ਕਿਸ਼ਤੀਆਂ ਭੱਜੀਆਂ ਨੱਠੀਆਂ ਫਿਰਦੀਆਂ। ਜੀ। ਇੱਧਰ ਕਈ ਲੋਕ ਆ ਜਿਹੜੇ ਪ੍ਰੇਮੀ ਜੋੜੇ, ਉਹ ਪਾਣੀ ਦੇ ਵਿੱਚ ਪੈਰ ਪਾ ਕੇ ਕਲਕਲ ਜੇ ਕਰਦੇ, ਕਲੋਲਾਂ ਜੀਆਂ ਕਰਦੇ ਆ। ਹਾਂ। ਸਾਡੇ ਵਰਗੇ ਦੇਖੀ ਜਾਂਦੇ ਵੀ ਦੁਨੀਆਦਾਰੀ ਕੈਸੀ ਆ। ਜੀ 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 ਤੁਰ ਫਿਰ ਕੇ ਮੇਲਾ ਦੇਖਣੀ ਹੈ, ਦਿਨ ਪਰਤ ਨਹੀਂ ਆਉਣੇ। ਆਹਾ ਜਿੰਦੜੀ ਨੂੰ ਕਹਿਣਾ ਮੈਂ, ਜੀ, ਕਿਸੇ ਹੋਰ ਨੂੰ ਨਹੀਂ। ਬਿਲਕੁਲ ਸਹੀ ਹੈ। ਬਾਕੀ ਇਹ ਦਿਨ ਪਰਤ ਨਹੀਂ ਆਉਣੇ ਟੈਣਾ ਸਾਹਿਬ। ਹਰ ਇੱਕ ਲਮਹੇ ਨੂੰ, ਹਰ ਇੱਕ ਸਮੇਂ ਨੂੰ, ਹਰ ਇੱਕ ਮਿੰਟ ਨੂੰ, ਹਰ ਇੱਕ ਸਕਿੰਟ ਨੂੰ ਇੰਜੋਏ ਕਰਨਾ ਚਾਹੀਦਾ, ਮੰਨਣਾ ਚਾਹੀਦਾ। ਕਿਉਂਕਿ ਜ਼ਿੰਦਗੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਪਾਣੀ ਦਾ ਬੁਲਬੁਲਾ, ਇਹ ਪਤਾ ਨਹੀਂ ਕਦੋਂ ਇਹ ਬੁਲਬੁਲਾ ਜਿਹੜਾ ਇਹਦਾ ਪਟਾਕਾ ਪੈ ਤੇ ਜਾਣਾ। ਅਸੀਂ ਇਸ ਵੇਲੇ ਖੜੇ ਵੀ ਪਾਣੀ ਦੇ ਕੰਢੇ ਤੇ ਆ ਜੀ। ਇਸ ਵੇਲੇ ਬਹੁਤ ਸਾਰੇ ਜਿਹੜੇ ਵੱਖ-ਵੱਖ ਭਾਈਚਾਰਿਆਂ ਦੇ ਲੋਕ, ਵੱਖ-ਵੱਖ ਬੋਲੀਆਂ ਵਾਲੇ ਲੋਕ, ਵੱਖ-ਵੱਖ ਦੇਸ਼ਾਂ ਦੇ ਲੋਕ ਜਿਹੜੇ ਇੱਥੇ ਫਿਰਦੇ ਆ, ਇੱਥੇ ਬਸ ਆਨੰਦ ਮਾਣ ਰਹੇ ਆ। ਬਿਲਕੁਲ ਉਹ ਸਹੀ। ਦੇਖ ਰਹੇ ਆ, ਕੁਦਰਤ ਤੋਂ ਬਲਹਾਰੇ ਜਾ ਰਹੇ ਆ। ਕਿਉਂਕਿ ਨਾ ਇੱਥੇ ਜਦੋਂ ਅਸੀਂ ਗੱਲ ਕਰਦੇ ਦੇਖਦੇ ਆ ਤਾਂ ਉਹ ਕਿੰਨੀ ਦੇਰ ਤੋਂ, ਕਈ ਘੰਟਿਆਂ ਤੋਂ ਇੱਥੇ ਬੈਠੇ ਆ। ਜੀ। ਆਪਾਂ ਤਾਂ ਚਲੋ ਜਿੱਥੇ ਬੈਠਨੇ ਪੱਤੇ ਤੋੜਨ ਲੱਗ ਜਾਂਦੇ ਆ, ਜਾਂ ਇੱਥੇ ਬੈਠ ਕੇ ਘਾਹ ਹੀ ਪੱਟੀ ਜਾਣਾ ਸੀ, ਕਿਸੇ ਦੀ ਟਾਹਣੀ ਨਹੀਂ ਛੱਡਣੀ ਸੀ, ਜੀ। ਠੀਕ ਆ, ਕਿਸੇ ਨੇ ਟਹਿਣਾ ਵੀ ਨਹੀਂ ਛੱਡਣਾ ਸੀ। ਠੀਕ ਆ, ਪਰ ਉਹ ਬੈਠੇ ਆ, ਨਾ ਤਾਂ ਪਾਣੀ ਚ ਐ ਮਾਰਦੇ ਆ, ਹਾਂ, ਠੀਕ ਆ, ਨਾ ਕੋਈ ਹੋਰ ਮਸਲਾ। ਉਹ ਬੈਠੇ ਆਪਸ ਦੇ ਵਿੱਚ ਕੋਈ ਨਾ ਕੋਈ ਗੁਫ਼ਤਗੂ ਕਰੀ ਜਾਂਦੇ ਆ। ਜੀ। ਆਪਣੇ ਵਾਲੇ ਪਾਸੇ ਕਈ ਵਾਰੀ ਇਹ ਹੁੰਦਾ ਵੀ ਜੇਕਰ ਕਿਤੇ ਨਾ ਕੋਈ ਐ ਵਹਿ ਵੀ ਜਾਵੇ ਆ ਝੀਲ ਦੇ ਕਿਨਾਰੇ ਜਾ ਕੇ, ਤੇ ਉਹ ਫਿਰ ਰੋੜੀਆਂ ਮਾਰੀ ਜਾਣੀਆਂ ਵਿੱਚ ਐ ਕਰਕੇ, ਆਖੇ ਜੀ ਮੈਂ ਤਾਂ ਖਿਆਲਾਂ ਚ ਖੁੱਬਿਆ ਹੋਇਆ। ਵੀ ਖਿਆਲਾਂ ਚ ਭਰਾਵਾ ਆਪਾਂ ਖੁੱਬੇ ਆ, ਡੱਡੂ ਥੋੜੀ ਖੁੱਬਿਆ। ਉਹ ਕਹਿੰਦੇ ਵੀ ਐਂ ਕਿਸੇ ਦੀ ਕੋਈ ਸਹੇਲੀ ਛੱਡ ਗਈ ਤੇ ਉਹ ਬਹਿ ਗਿਆ ਨਦੀ ਦੇ ਕੰਢੇ ਦੇ ਉੱਤੇ, ਰੋੜੀ ਚੱਕੇ ਪਟਕ ਅੰਦਰ, ਰੋੜੀ ਚੱਕੇ ਪਟਕ ਅੰਦਰ, ਫਿਰ ਰੋੜੀ ਚੱਕੇ ਪਟਕ ਅੰਦਰ, ਤੇ ਅੰਦਰੋਂ ਡੱਡੂ ਨਿਕਲਿਆ। ਕਹਿੰਦਾ ਚੌਰਿਆ ਤੇਰੇ ਵਾਲੀ ਛੱਡ ਗਈ, ਮੇਰੇ ਵਾਲੀ ਮਾਰਤੀ। ਉਹਦਾ ਕੀ ਕਸੂਰ ਸੀ? ਮੇਰੀ ਡੱਡੀ ਮਾਰਤੀ ਤੂੰ। ਚਲੋ ਖੈਰ ਕੋਈ ਗੱਲ ਨਹੀਂ, ਇੱਥੇ ਇਹੋ ਜਿਹਾ ਕੁਝ ਵੀ ਵੇਖਣ ਨੂੰ ਨਹੀਂ ਮਿਲ ਰਿਹਾ, ਪਰ ਸੱਚੀ ਆਲੇ ਦੁਆਲੇ ਬਹੁਤ ਸੋਹਣੇ ਨਜ਼ਾਰੇ ਨੇ ਵੇਖਣ ਨੂੰ। ਪਰ ਉਹਨਾਂ ਸਾਰੀਆਂ ਗੱਲਾਂ ਦੇ ਵੱਲ ਜਾਣ ਤੋਂ ਪਹਿਲਾਂ ਆਪਾਂ ਚੱਜ ਦੇ ਵਿਚਾਰ ਦੀ ਸਾਂਝ ਪਾ ਲਈਏ। ਬਿਲਕੁਲ ਜੀ, ਚੱਜ ਦੇ ਵਿਚਾਰ ਨੂੰ ਅੱਜ ਤੁਸੀਂ ਚੰਗਾ ਮੰਨੋਗੇ ਇਸ ਕਰਕੇ ਕਿਉਂਕਿ ਹੈਗਾ ਇਹ 2017 ਦਾ ਹੀ ਆ, ਪਰ ਇਹਦੇ ਬਾਰੇ ਬਹੁਤ ਵੱਡੀ ਸੋਚ ਤੇ ਬੜੀ ਵੱਡੀ ਖੋਜ ਆ। ਜੀ। ਜਿਹੜੀ ਆਇਨਸਟਾਈਨ ਸਨ, ਜਿਹੜੇ ਐਲਬਰਟ ਆਇਨਸਟਾਈਨ ਸੀ, ਉਹਨਾਂ ਦੇ ਵੱਲੋਂ ਇਹ ਲਿਖਿਆ ਗਿਆ, ਉਹਨਾਂ ਦੇ ਵਿਚਾਰ ਇਹ ਕਿ ਦੁਨੀਆ ਦੇ ਵਿੱਚ ਬ੍ਰਹਿਮੰਡ ਦੀ ਵੀ ਹੱਦ ਦਾ ਪਤਾ ਲਾਇਆ ਜਾ ਸਕਦਾ। ਠੀਕ। ਦੁਨੀਆ ਦੇ ਵਿੱਚ ਬ੍ਰਹਿਮੰਡ ਦੀ ਵੀ ਹੱਦ ਦਾ ਪਤਾ ਲਾਇਆ ਜਾ ਸਕਦਾ, ਪਰ ਮੂਰਖ ਦੀ ਮੂਰਖਤਾ ਦੀ ਕੋਈ ਹੱਦ ਨਹੀਂ ਹੁੰਦੀ। ਕਿਆ ਬਾਤ ਹੈ। ਉਹਦਾ ਕੋਈ ਪਤਾ ਨਹੀਂ ਲਾਇਆ ਜਾ ਸਕਦਾ ਵੀ ਉਹ ਕਿੱਥੇ ਛੁਰਲੂ ਛੱਡ ਦੇ, ਕਿੱਥੇ ਕੀ ਗੱਲ ਕਹਿ ਦੇ, ਕੋਈ ਪਤਾ ਹੀ ਨਹੀਂਗਾ। ਬਿਲਕੁਲ ਸਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਹੈ ਹੀ ਨਹੀਂ ਟੈਣਾ ਸਾਹਿਬ। ਆਪਾਂ ਅੱਗੇ ਵੀ ਇਹ ਗੱਲ ਕਰਦੇ ਹੁੰਦੇ ਆ ਕਿ ਇਹ ਜ਼ੁਬਾਨ ਜਿਹੜੀ ਹੈ, ਹਾਂ, ਇਹੀ ਤੁਹਾਡੇ ਗੱਲ 'ਚ ਹਾਰ ਪਵਾਉਂਦੀ ਹੈ, ਤੇ ਉਹ ਬਾਅਦ 'ਚ ਪਤਾ ਲੱਗਦਾ ਵੀ ਹਾਰ ਸੋਨੇ ਦੇ ਨੇ, ਹਾਰ ਚਾਂਦੀ ਦੇ ਨੇ, ਕਿ ਜਾਂ ਫਿਰ ਹਾਰ। ਤੇ ਜੇ ਕਿਸੇ ਨੂੰ ਪੁੱਠਾ ਸਿੱਧਾ ਬੋਲੀਏ ਪਰ ਫੋਟੋ ਤੇ ਵੀ ਇਹੀ ਪਵਾ ਦਿੰਦੀ ਹੈ। ਜੀ ਬਿਲਕੁਲ ਸਹੀ ਹੈ। ਇਸ ਕਰਕੇ ਤੋਲੋ ਤੇ ਫਿਰ ਬੋਲੋ। ਬਿਲਕੁਲ ਸਹੀ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ, ਬਿਲਕੁਲ ਕਹਿੰਦੇ ਬੜੇ ਖਾਸ ਹੁੰਦੇ ਨੇ ਉਹ ਲੋਕ, ਹਾਂ, ਬਹੁਤ ਹੀ ਖਾਸ ਹੁੰਦੇ ਨੇ ਉਹ ਲੋਕ ਜਿਹੜੇ ਸਮਾਂ ਆਉਣ ਤੇ ਸਮਾਂ ਦਿੰਦੇ ਨੇ। ਵਾਹ ਵਾਹ, ਬਹੁਤ ਖੂਬ। ਬਹੁਤ ਖਾਸ ਹੁੰਦੇ ਨੇ ਲੋਕ ਜਿਹੜੇ ਸਮਾਂ ਆਉਣ ਤੇ ਸਮਾਂ ਦਿੰਦੇ ਨੇ। ਜੀ। ਕੀ ਬਾਤ ਆ। ਸਾਰੀ ਗੱਲ ਹੀ ਇਹਦੇ 'ਚ ਹੋ ਗਈ ਕਿ ਜਦੋਂ ਤੁਹਾਨੂੰ ਲੋੜ ਪਵੇ, ਜਦੋਂ ਅਸਲ 'ਚ ਲੋੜ ਦਾ ਸਮਾਂ ਆਵੇ, ਜਦੋਂ ਅਸਲ 'ਚ ਤੁਹਾਨੂੰ ਜ਼ਰੂਰਤ ਹੋਵੇ, ਉਦੋਂ ਜਿਹੜੇ ਲੋਕ ਨਾਲ ਖੜ ਜਾਂਦੇ ਨੇ, ਜਿਹੜੇ ਅਸਲ 'ਚ ਆਪਦਾ ਸਮਾਂ ਉਦੋਂ ਤੁਹਾਨੂੰ ਦਿੰਦੇ ਨੇ, ਉਹ ਲੋਕ ਖਾਸ ਹੁੰਦੇ ਨੇ। ਹੋਰ ਦੁਨੀਆ 'ਚ ਕੋਈ ਖਾਸ ਨਹੀਂ। ਬਿਲਕੁਲ ਸਹੀ ਗੱਲ ਆ ਹਰਮਨ ਜੀ। ਜਦੋਂ ਨਾ ਅੱਜ ਆਪਾਂ ਇੱਥੇ ਫਿਰ ਰਹੇ ਆ ਤਾਂ ਮੇਰਾ ਚਿੱਤ ਕਰਦਾ ਵੀ ਤੁਰ ਫਿਰ ਕੇ ਕੁਝ ਕੁ ਦ੍ਰਿਸ਼ ਆ ਜਿਹੜੇ ਉਹ ਇਸ ਚੱਜ ਦਾ ਵਿਚਾਰ ਦੇ ਰਾਹੀਂ ਦਿਖਾਏ ਜਾਣ ਕਿ ਨਿਆਗਰਾ ਔਨ ਲੇਕ ਦੇ ਉੱਤੇ ਜਿਹੜੇ ਭੈਣਾ ਵੀਰ ਆ, ਵੱਖ-ਵੱਖ ਭਾਈਚਾਰਿਆਂ ਦੇ ਕਿਵੇਂ ਆਉਂਦੇ ਆ, ਮਾਹੌਲ ਕਿਵੇਂ। ਮੈਨੂੰ ਇੱਕ ਸਭ ਤੋਂ ਚੰਗੀ ਗੱਲ ਇਹ ਲੱਗੀ ਆ ਵੀ ਨਾ ਤਾਂ ਇੱਥੇ ਕਿਸੇ ਦਾ ਕੋਈ ਰੁੱਸਿਆ ਮਹਿਰਮ ਮਨਾਉਣ ਦੇ ਲਈ ਵਿੱਚ ਨਾਰੀਅਲ ਸੁੱਟਿਆ ਕਿਸੇ ਨੇ ਹਾਲੇ ਤੱਕ, ਤੇ ਨਾ ਹੀ ਕਿਸੇ ਨੇ ਕੋਈ ਬੱਚੇ ਦੇ ਕਹੇ ਵੀ ਭਾਈ ਮੈਂ ਤਾਂ ਹੁਣ ਕੋਈ ਰਾਖ ਸੁੱਟਦੇ ਆ। ਕਿਉਂਕਿ ਆਪਣੇ ਤਾਂ ਉੱਥੇ ਜਿਹੜੇ ਪਾਣੀ ਦੇ ਸੋਮੇ ਪਹਿਲੀ ਗੱਲ ਤਾਂ ਬਚੇ ਨਹੀਂਗੇ, ਤੇ ਜੇ ਕਿਤੇ ਬਚੇ ਆ ਥੋੜਾ ਬਹੁਤਾ, ਕਿਤੇ ਪਾਣੀ ਸਾਨੂੰ ਸ਼ੁੱਧ ਦਿਸਦਾ, ਤੇ ਚੱਕ ਚੱਕ ਕੇ ਵਿੱਚ ਨਾਰੀਅਲ ਚੱਲ ਵੀ ਮੇਰੇ ਵਾਲਾ ਕੁਛ ਬਣ ਜੇ, ਉਹਦੇ ਵਿੱਚ ਸੁੱਟ ਕੇ ਸਮਾਨ ਉਹਨੂੰ ਇੰਨਾ ਗੰਦਾ ਕਰਤਾ। ਪਰ ਅਸੀਂ ਪਿਛਲੇ 2-2.5 ਘੰਟਿਆਂ ਤੋਂ ਇੱਥੇ ਖੜੇ ਆ, ਕੋਈ ਵਿਰਲਾ ਟਾਵਾਂ ਹੋ ਸਕਦਾ ਵੀ ਕੋਈ ਨਾ ਕੋਈ ਇਲਤ ਕਰਦਾ ਵੀ ਹੋਵੇ, ਪਰ ਸਾਨੂੰ ਨਾ ਤਾਂ ਕਿਤੇ ਆਲੇ ਦੁਆਲੇ ਪਾਣੀ ਵਾਲੀ ਖਾਲੀ ਬੋਤਲ ਦਿਸੀ ਆ, ਨਾ ਕੋਈ ਇੱਥੇ ਪਿਸ਼ਾਬ ਕਰਦਾ ਦਿਸਿਆ, ਨਾ ਕੋਈ ਥੁੱਕਦਾ ਦਿਸਿਆ, ਨਾ ਹੀ ਕੋਈ ਇੱਥੇ ਕੋਈ
ਕਿਸੇ ਨੇ ਦਰਖਤਾਂ ਤੇ ਝਰੀੜਤਾ ਹੋਵੇ ਵੀ ਪ੍ਰੀਤੋ ਆਈ ਲਵ ਯੂ, ਤੂੰ ਮੈਨੂੰ ਛੱਡ ਗਈ, ਨਹੀਂ ਤੂੰ ਮੈਨੂੰ ਦਿਲ ਚੋਂ ਕੱਢ ਗਈ, ਤੇਰੇ ਕੀੜੇ ਪੈਣ, ਕਿਸੇ ਨੇ ਕੁਝ ਨਹੀਂ ਲਿਖਿਆ ਇੱਥੇ ਹੋ ਜਾ, ਕੁਝ ਨਹੀਂ ਲਿਖਿਆ। ਤੇ ਟਾਣਾ ਸਾਹਿਬ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦੀ ਆ ਖਾਸ ਇਸ ਜਗ੍ਹਾ ਦੀ। ਹੁਣੇ ਸਾਥੀ ਜਿਹੜੇ ਆਪਣੇ ਨਾਲ ਆਏ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਵੇਲੇ ਜਿਸ ਥਾਂ ਦੇ ਉੱਪਰ ਆਪਾਂ ਖੜੇ ਆ ਉਹਦੇ ਬਿਲਕੁਲ ਸਾਹਮਣੇ ਅਮਰੀਕਾ ਹੈ। ਮੇਰੀ ਬੇਨਤੀ ਆ ਕਿ ਇਹ ਸਾਡੇ ਕੈਮਰਾਮੈਨ ਸਾਹਿਬ ਨੂੰ, ਸਤਿਕਾਰਯੋਗ ਵੀਰ ਨੂੰ, ਵੀ ਭਾਈ ਇਹ ਘੁਮਾ ਕੇ ਦਿਖਾ ਦਿਓ ਜੀ ਕਿ ਇਹ ਨਿਆਗਰਾ ਫਾਲ ਦਾ ਪਾਣੀ ਆ। ਮੈਂ ਸਹੀ ਕਹਿ ਰਿਹਾ ਜੀ? ਬਿਲਕੁਲ ਸਹੀ ਕਹਿ ਰਿਹਾ, ਗਲਤ ਨਹੀਂ ਕੁਛ। ਇਹ ਜੀ ਨਿਆਗਰਾ ਲੇਕ ਆ ਇਹ, ਤੇ ਇੱਥੇ ਦੇਖੋ ਜੀ ਕੋਈ ਹੈ ਤੁਹਾਨੂੰ ਕੋਈ ਖੜਮਸਤੀ ਕਰਦਾ ਦਿਸਦਾ, ਕੋਈ ਊਲ ਜਲੂਲ ਕੋਈ, ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਇਸ ਵੇਲੇ ਜੋ ਬੋਲ ਰਹੇ ਆ ਉਹਨਾਂ ਦੀ ਸਾਡੀ ਕੋਈ ਭਾਸ਼ਾ ਦੀ ਸਾਂਝ ਨਹੀਂ, ਬੋਲ ਬਾਣੀ ਦੀ ਕੋਈ ਸਾਂਝ ਹੈ ਨਹੀਂ ਗੀ। ਹਾਈ ਹਾਊ ਆਰ ਯੂ ਇੱਥੋਂ ਤੱਕ ਗੱਲ ਸਾਡੀ ਚੱਲਦੀ ਆ, ਪਰ ਗੱਲ ਇਹ ਵੀ ਉਹਨਾਂ ਦਾ ਆਪਦੀ ਮਸਤੀ ਦੇ ਵਿੱਚ ਆ। ਆ ਦੇਖੋ ਜਿਹੜਾ ਚਿੱਟਾ ਘਰ ਹੈ ਸਾਹਮਣੇ ਟਾਣਾ ਸਾਹਿਬ, ਉਹ ਅਮਰੀਕਾ ਦੇ ਇਹਨੂੰ ਮੈਂ ਮਾੜਾ ਜਿਹਾ ক্লোਜ਼ ਕਰਕੇ ਦਿਖਾਉਣਾ। ਮੈਨੂੰ ਇਹ ਲੱਗਦਾ ਸੀ ਵੀ ਜਿਵੇਂ ਨਾ ਸਾਡੇ ਫਰੀਦਕੋਟ ਦੇ ਵਿੱਚ ਉਹ ਮਾਡਰਨ ਜੇਲ੍ਹ ਬਣੀ ਆ, ਇਹ ਉਹੋ ਜਿਹਾ ਲੱਗਦਾ ਸੀ, ਪਰ ਮੈਨੂੰ ਅਮਰੀਕਾ 'ਚ ਹੈ। ਤੇ ਉਹ ਜਿਹੜੀਆਂ ਸਾਹਮਣੇ ਕਿਸ਼ਤੀਆਂ ਨੇ ਉਸ ਪਾਸੇ ਜਿਹੜੀਆਂ ਪਰਲੇ ਪਾਰ ਰੰਗ ਬਰੰਗੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਆ ਦੇਖੋ ਜੀ ਮੈਂ ਥੋੜਾ ਜਿਹਾ ক্লোਜ਼ ਕਰਕੇ ਦਿਖਾਉਣਾ, ਜਿਹੜੀਆਂ ਉਹ ਪਰੇ ਦਿਸਦੀਆਂ, ਕੋਈ ਜਾਮਣੀ ਹੈ, ਉਹ ਸਾਰੀਆਂ ਵੀ ਅਮਰੀਕਾ ਦੇ ਸਮੁੰਦਰ ਦੇ ਵਿੱਚ ਪਰਲੇ ਪਾਸੇ ਨੂੰ ਆ। ਤੇ ਮੈਂ ਨਾ ਹਰਮਨ ਜੀ ਨਾਲ ਇਹ ਸੋਚੀ ਜਾਂਦਾ ਵੀ ਜੇ ਕਿਤੇ ਇਹ ਸਾਰਾ ਕੁਝ ਆਪਣੇ ਉੱਥੇ ਹੋਵੇ, ਪਹਿਲੀ ਗੱਲ ਤਾਂ ਸਾਡੇ ਨੇਤਾਵਾਂ ਨੇ ਪਾਣੀ ਦੇ ਪਿੱਛੇ ਲੜ ਕੇ ਨਾ ਹੁਣ ਤੱਕ ਚਰੂੰਡ ਦੇਣਾ ਸੀ ਇੱਕ ਦੂਜੇ ਨੂੰ। ਉਹਨਾਂ ਨੇ ਕਹਿਣਾ ਸੀ ਦੇਖੋ ਇਹ ਪਾਣੀ ਆ ਜਿਹੜਾ ਤੁਸੀਂ ਸਾਡੇ ਵਾਲੇ ਪਾਸੇ ਐਂ ਕਰਤਾ, ਉਧਰਲੇ ਨੇ ਕਹਿਣਾ ਸੀ ਤੁਸੀਂ ਐਂ ਕਰਤਾ। ਉਹ ਪਾਣੀ ਕਰਦੇ ਜਿਹਨਾਂ ਅਸਲ ਪਾਣੀ ਦਾ ਹੱਕਦਾਰ ਆ ਉਹਦੀ ਗੱਲ ਮੁੱਕ ਜਾਣੀ ਸੀ ਤੇ ਪਾਣੀ ਦੇ ਉੱਤੇ ਰਾਜਨੀਤੀ ਹੋਣੀ ਸੀ। ਫਿਰ ਕਿਸੇ ਨੇ ਕਹਿਣਾ ਸੀ ਤੁਸੀਂ ਸਾਡੇ ਵਾਲੀ ਛੱਲ ਮਾਰੀ, ਸਾਡੀਆਂ 4 ਕਿਸ਼ਤੀਆਂ ਲੈ ਕੇ ਨਾਲ, ਥੋੜੀ ਛੱਲੜੇ ਸਾਡਾ ਬੰਦਾ ਸਿੱਟ ਲਿਆ ਵਿੱਚ, ਠੀਕ ਆ। ਜੋ ਇਹ 2024 ਦੀਆਂ ਚੋਣਾਂ ਦਾ ਮੁੱਦਾ ਹੀ ਨਿਆਗਰਾ ਹੋਣਾ ਸੀ। ਬਿਲਕੁਲ ਸਹੀ ਗੱਲ ਹੈ। ਪਟਿਆਲਾ ਸਾਹਿਬ ਇਹਨਾਂ ਲੋਕਾਂ ਤੋਂ, ਇੱਥੋਂ ਦੇ ਜਿਹੜੇ ਲੋਕ ਨੇ ਰਹਿਣ ਵਾਲੇ ਨੇ, ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਸੱਚੀ ਅੰਦਰ ਖਾਤੇ ਕਿਸੇ ਨਾ ਕਿਸੇ ਨੇ ਰਾਜਸਥਾਨ ਨੂੰ ਪਾਣੀ ਭੇਜ ਦੇਣਾ ਸੀਗਾ, ਤੇ ਬਾਅਦ ਦੇ ਵਿੱਚ ਕਈਆਂ ਨੇ ਕਹਿਣਾ ਸੀ ਪੈਸੇ ਲੈ ਕੇ ਆਓ ਇਹਦੇ, ਦੂਜੇ ਨੇ ਕਹਿਣਾ ਸੀ ਕੋਈ ਗੱਲ ਨਹੀਂ ਪੁਰਾਣੇ ਸਿਧਾਂਤਾਂ ਦੇ ਤਹਿਤ ਸਾਰੀ ਗੱਲ ਹੋਈ ਆ। ਸੋ ਏਦਾਂ ਦੀ ਰਾਜਨੀਤੀ ਸਾਡੇ ਉੱਥੇ ਆ, ਪਰ ਮੈਨੂੰ ਲੱਗਦਾ ਨਹੀਂ ਇੱਥੋਂ ਦੀ ਰਾਜਨੀਤੀ ਦੇ ਹੋਰ ਬਹੁਤ ਸਾਰੇ ਵਿਸ਼ੇ, ਪਰ ਜਿਹੜੀ ਨਾ ਉਹ ਐਵੇਂ ਪੰਗੇ ਜੇ ਲੈਣ ਵਾਲੀ ਕਿਤੇ ਤੀਜੀ ਰਾਜਨੀਤੀ ਇੱਥੇ ਸਾਨੂੰ ਦੇਖਣ ਨੂੰ ਨਹੀਂ ਮਿਲੀ। ਸਭ ਤੋਂ ਵੱਡੀ ਚੀਜ਼ ਇਹ ਟਾਣਾ ਸਾਹਿਬ, ਇੱਥੋਂ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਇਹ ਸੀ ਕਿ ਸਾਡੇ ਇੱਥੋਂ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਨਿੱਜੀ ਟਿੱਪਣੀਆਂ ਨਹੀਂ ਕੀਤੀਆਂ ਜਾਂਦੀਆਂ, ਕਿਸੇ ਦੀ ਨਿੱਜੀ ਜ਼ਿੰਦਗੀ ਦੇ ਬਾਬਤ ਕੋਈ ਵੀ ਟਿੱਪਣੀ ਨਹੀਂ ਕੀਤੀ ਜਾਂਦੀ। ਕੋਈ ਕਿਵੇਂ ਦਾ ਹੈ, ਕਿੱਥੇ ਰਹਿੰਦਾ ਹੈ, ਕਿਹਦੇ ਨਾਲ ਰਹਿੰਦਾ ਹੈ, ਵਿਆਹਿਆ ਹੈ, ਕੁਵਾਰਾ ਹੈ, ਕੀ ਖਾਂਦਾ ਹੈ, ਕੀ ਪੀਂਦਾ ਹੈ, ਇਸ ਬਾਬਤ ਕੋਈ ਚਰਚਾ ਨਹੀਂ ਹੈ। ਕੈਨੇਡਾ ਦੇ ਕੀ ਮੁੱਦੇ ਨੇ, ਕੈਨੇਡਾ ਦੇ ਲੋਕਾਂ ਦੇ ਕੀ ਮੁੱਦੇ ਨੇ, ਇੱਥੋਂ ਦੇ ਲੋਕ ਕੀ ਚਾਹੁੰਦੇ ਨੇ, ਉਹ ਗੱਲ ਜ਼ਰੂਰ ਹੁੰਦੀ ਹੈ। ਤੇ ਬਿਲਕੁਲ ਲੋਕ ਨਾ ਅਮਲ ਕਿਵੇਂ ਕਰਦੇ, ਗੱਲ ਮੈਂ ਫੇਰ ਇਹ ਕਹਿਣਾ ਵੀ ਕੱਲੇ ਕਾਨੂੰਨ ਬਣਾਉਣ ਦੇ ਨਾਲ ਨਹੀਂ, ਕਾਨੂੰਨ ਲਾਗੂ ਕਰਨ ਦੇ ਲਈ ਸਰਕਾਰਾਂ ਨੂੰ ਸਖਤੀ ਵਰਤਣੀ ਚਾਹੀਦੀ ਆ, ਤੇ ਕਾਨੂੰਨ ਬਣੇ ਦੇ ਉੱਤੇ ਅਮਲ ਲੋਕਾਂ ਨੂੰ ਕਰਨਾ ਚਾਹੀਦਾ। ਉੱਥੇ ਲਿਖਿਆ ਹੋਇਆ ਪਾਰਕ ਬਾਉਂਡਰੀ, ਨੋ ਪਬਲਿਕ ਐਕਸੈਸ, ਮਤਲਬ ਕਹਿਣ ਦਾ ਇਹ ਆ ਵੀ ਇਹ ਪਾਰਕ ਦੀ, ਇੱਥੋਂ ਪਾਰਕ ਦੀ ਸ਼ੁਰੂਆਤ ਹੁੰਦੀ ਹੈ ਜੀ, ਇਹ ਪਾਰਕ ਦੀ ਹੱਦ ਹੈ ਤੇ ਇਹ ਆਮ ਲੋਕਾਂ ਵਾਸਤੇ ਨਹੀਂ ਆ ਜੀ, ਉਸ ਤੋਂ ਅੱਗੇ ਆਮ ਲੋਕਾਂ ਦੇ ਲਈ ਜਗ੍ਹਾ ਨਹੀਂ ਹੈ। ਇੱਕ ਬੰਦਾ ਪਰਲੇ ਪਾਰ ਗਿਆ ਕਿਉਂਕਿ ਉਹ ਕਿਸੇ ਦੀ ਨਿੱਜੀ ਜਾਇਦਾਦ ਆ, ਕਿਸੇ ਦੀ ਨਿੱਜੀ ਪ੍ਰਾਪਰਟੀ ਆ। ਔਰ ਦੇਖੋ ਇੱਥੇ ਕੋਈ ਕੰਧ ਵੀ ਨਹੀਂ ਆ ਵੀ ਆਪਾਂ ਕਹੀਏ ਵੀ ਕੰਧ ਲਾ ਕੇ ਰੋਕਿਆ ਹੋਇਆ, ਵੀ ਉੱਥੇ ਜਿੱਥੇ ਉਹ ਬੋਰਡ ਲੱਗਿਆ ਹੋਇਆ ਸਿਰਫ ਉੱਥੋਂ ਤੱਕ ਹੀ ਆ ਉਹ ਰੋਕ, ਅੱਗੇ ਜਿਹੜੇ ਉਹ ਪੱਥਰ ਹੀ ਨੇ, ਜੇ ਮਤਲਬ ਕੋਈ ਚਾਹੇ ਤਾਂ ਉਧਰ ਟੱਪ ਕੇ ਜਾ ਸਕਦਾ, ਪਰ ਲੋਕਾਂ ਦੀ ਸਮਝ ਸ਼ਕਤੀ ਹੈ ਕਿ ਕੋਈ ਉਧਰ ਜਾਣ ਜਾਏ, ਪਿਛਲੇ 2.5 ਘੰਟਿਆਂ ਤੋਂ ਦੇਖਿਆ ਨਹੀਂ ਕੋਈ ਪਰਲੇ ਪਾਰ ਨੂੰ ਪੱਥਰ ਤੋਂ ਪਰੇ ਪਰਲੇ ਪਾਸੇ ਜਾਂਦਾ ਹੋਇਆ। ਤੇ ਜੇ ਕਿਤੇ ਆਪਣੇ ਹੋਵੇ ਉੱਥੇ ਥਾਂ ਲਿਖਣਾ ਕੁੱਤਿਆ ਇੱਥੇ ਨਾ ਮੂੰਹ, ਤਾਂ ਉੱਥੇ ਹੀ ਸਭ ਤੋਂ ਵੱਧ ਹੋਣਾ ਸੀ, ਉੱਥੇ ਹੀ ਸਭ ਤੋਂ ਵੱਧ ਗੰਦ ਪਾਉਣਾ ਸੀਗਾ, ਕਿਉਂਕਿ ਸਾਨੂੰ ਕੋਈ ਰੋਕ ਕਿਵੇਂ ਲਾਊਗਾ ਜੀ। ਬਿਲਕੁਲ। ਤੇ ਟਾਣਾ ਸਾਹਿਬ ਇੱਥੇ ਮੈਂ ਇੱਕ ਚੀਜ਼ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਹਾਂ, ਜਦੋਂ ਤੋਂ ਆਪਾਂ ਇੱਥੇ ਆਏ ਆ ਮੈਂ ਚੀਜ਼ਾਂ ਵੇਖੀਆਂ, ਇੱਥੇ ਜ਼ਿੰਦਗੀ ਨੂੰ ਅਸਲ ਦੇ ਵਿੱਚ ਕਿਵੇਂ ਜਿਉਣਾ ਹੈ, ਮੈਨੂੰ ਲੱਗਦਾ ਹੈ ਕਿ ਉਹ ਸਿੱਖਣ ਦੀ ਜ਼ਰੂਰਤ ਹੈ, ਕਿਉਂਕਿ ਜਿੰਨੇ ਵੀ ਲੋਕ ਇੱਥੇ ਆਲੇ ਦੁਆਲੇ ਘੁੰਮ ਰਹੇ ਨੇ ਉਹਨਾਂ ਦੀ ਕੋਈ ਉਮਰ ਹੱਦ ਨਹੀਂ ਹੈ। ਇੱਥੇ ਜਿਹੜੇ ਬਜ਼ੁਰਗ ਜੋੜੇ ਨੇ ਉਹ ਇੱਕ ਦੂਸਰੇ ਦੇ ਹੱਥਾਂ 'ਚ ਹੱਥ ਪਾ ਕੇ ਘੁੰਮ ਰਹੇ ਨੇ, ਉਹ ਆਪਣੇ ਆਪ ਦੇ ਵਿੱਚ ਉਹ ਮਗਨ ਨੇ, ਆਪਣੀਆਂ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਆਲੇ ਦੁਆਲੇ ਕੌਣ ਘੁੰਮ ਰਿਹਾ, ਕੌਣ ਆ ਰਿਹਾ, ਕੌਣ ਜਾ ਰਿਹਾ, ਕੋਈ ਕਿਸੇ ਨੂੰ ਨਹੀਂ ਵੇਖ ਰਿਹਾ ਵੀ ਕਿਹਦੀ ਧੀ ਕਿਹਦੇ ਨਾਲ ਘੁੰਮ ਰਹੀ, ਕਿਹਦਾ ਮੁੰਡਾ ਕਿਹਦੇ ਨਾਲ ਘੁੰਮ ਰਿਹਾ, ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਫਿਰ ਜਿਹੜੇ ਨਿਆਣੇ ਨੇ ਉਹ ਆਪਦਾ ਇੰਜੋਏ ਕਰਦੇ ਪਏ ਨੇ, ਜਿਹੜੇ ਜਵਾਨ ਨੇ ਉਹ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਮਗਨ ਨੇ। ਸੋ ਮਤਲਬ ਜਿੱਦਾਂ ਆਪਣੇ ਮੁਲਕ ਦੇ ਵਿੱਚ ਇਹ ਇੱਕ ਮੈਨੂੰ ਲੱਗਦਾ ਹੁੰਦਾ ਕਿ ਤਰਾਸਦੀ ਹੈ ਕਿ ਬਹੁਤੀ ਵਾਰ ਅਸੀਂ ਚੀਜ਼ਾਂ ਨੂੰ ਉਮਰ ਦੇ ਨਾਲ ਜੋੜ ਕੇ ਵੇਖਦੇ ਆ ਵੀ ਇੰਨੀ ਉਮਰ ਹੋ ਗਈ ਹੁਣ ਆ ਹੁਣੇ ਇੱਕ ਗੋਰੀ ਬੇਬੇ ਦੇਖੀ ਜੀ, ਉਹ ਗੋਰੀ ਬੇਬੇ ਦੇ ਗੁਲਾਬੀ ਰੰਗ ਦੀ ਫਰਾਕ ਪਾਈ ਜੀ, ਤੇ ਮੈਂ ਕਿਹਾ ਜੇ ਕਿਤੇ ਆਪਣੇ ਉੱਥੇ ਐ ਹੋਵੇ, ਉਹਨੇ ਕਹਿੰਦਾ ਲੈ ਸਿਵਿਆਂ 'ਚ ਲੱਤਾਂ ਪਾਉਂਦੀ ਗੁਲਾਬੀ ਰੰਗ, ਸਾਡੇ ਮਸਲਾ ਹੀ ਹੋਰ ਹੋਣਾ ਸੀਗਾ। ਰੱਬ ਦਾ ਨਾਂ ਲੈਣ ਦਾ ਵੇਲਾ, ਲੈ ਹੁਣ ਫਰਾਕਾਂ ਪਾਉਂਦੀ ਆ, ਇਹ ਜਵਾਨੀ 'ਚ ਵੀ ਪਿੱਟਣੇ ਨੇ ਐਂ ਪਵਾਏ ਹੋਣੇ ਆ, ਜਵਾਨੀ ਵੇਲੇ ਲੁੱਟੇ ਬਾਣੀਏ, ਹੁਣ ਰੱਬ ਦੀ ਭਗਤਣੀ ਹੋਈ ਉਦੋਂ ਰੰਗਾ ਸਿੰਘ ਮਾਨ ਸੁਣਦੀ ਹੋਣੀ ਹੈ। ਸਹੀ ਗੱਲ ਹੈ ਵੀ ਮਤਲਬ ਅਸੀਂ ਦੂਜੇ ਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਹਨਾ ਵੀ ਵੜਨ ਦੀ ਕੋਸ਼ਿਸ਼ ਕਰਦੇ ਆ, ਇੱਥੇ ਉਮਰਾਂ ਦੇ ਨਾਲ ਚੀਜ਼ਾਂ ਨੂੰ ਜੋੜ ਕੇ ਨਹੀਂ ਵੇਖਿਆ ਜਾਂਦਾ ਵੀ ਇੰਨੀ ਉਮਰ ਕੱਲਾ ਇੱਥੇ ਨਹੀਂ, ਬਹੁਤ ਸਾਰੇ ਦੇਸ਼ਾਂ ਦੇ ਵਿੱਚ
ਗੱਲ ਤਾਂ ਮਾਨਸਿਕਤਾ ਬਦਲਦੀ ਆ। ਗੱਲ ਤਾਂ ਇਹ ਆ ਕਿ ਮੈਂ ਕੀ ਹਾਂ ਤੇ ਮੈਂ ਕੀ ਕੀਤਾ ਹੈ ਤੇ ਹਰ ਇੱਕ ਤੇ ਬੰਦਾ ਮੈਂ ਕੀ ਕਰ ਰਿਹਾ ਹਾਂ। ਆਪਦੇ ਆਪ ਨੂੰ ਸਵਾਲ ਕਰਨ ਦੀ ਲੋੜ ਆ ਤੇ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਂਦੇ। ਸਾਡੀ ਸਮੱਸਿਆ ਇਹ ਆ, ਸਾਰਿਆਂ ਦੀ ਨਹੀਂ, ਪੰਜਾਬੀਆਂ ਦੇ ਇੱਕ ਹਿੱਸੇ ਦੀ ਸਮੱਸਿਆ ਇਹ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਕੀ ਹਾਂ ਤੇ ਮੈਂ ਕੀ ਕਰਦਾ ਹਾਂ। ਸਭ ਕੁਝ ਪਤਾ ਵੀ ਉਹ ਕੀ ਹੈ, ਉਹ ਕੀ ਕਰਦੀ ਹੈ, ਉਹ ਕੀ ਕਰਦਾ ਹੈ, ਆਪਦੇ ਬਾਰੇ ਜਾਣਨ ਦੀ ਲੋੜ ਆ। ਸੋ ਅਸੀਂ ਇੱਥੇ ਜੀ ਘੁੰਮ ਫਿਰ ਕੇ ਦੇਖਦੇ ਹਾਂ ਵੀ ਭਾਈ ਕਿਵੇਂ ਕਿਵੇਂ ਭੈਣਾ ਵੀਰ ਆ। ਇੱਥੇ ਸਾਨੂੰ ਬਹੁਤ ਸਾਰੇ ਪੰਜਾਬੀ ਭੈਣਾ ਵੀਰ ਮਿਲੇ ਜਿਨ੍ਹਾਂ ਨੇ ਕਿ ਚੱਜ ਦਾ ਵਿਚਾਰ ਦੇਖਣ ਦੇ ਕਰਕੇ ਹੁਣ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਆ ਵੀ ਜਿਹੜਾ ਵੀ ਪੰਜਾਬੀ ਵੀਰ ਹੁਣ ਤੱਕ ਇੱਥੇ ਮਿਲਿਆ, ਸਰਦਾਰ ਸਾਹਿਬ ਮਿਲੇ ਆ ਜਾਂ ਇੱਥੇ ਬੱਚੀਆਂ ਮਿਲੀਆਂ ਜਾਂ ਇੱਥੇ ਵਿਦਿਆਰਥੀ ਮੁੰਡੇ ਕੁੜੀਆਂ ਮਿਲੇ ਆ, ਉਹਨਾਂ ਸਾਰਿਆਂ ਨੇ ਇਹੀ ਗੱਲ ਕਹੀ ਕਿ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਹੁੰਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਵਸਦੇ ਹੋ, ਤੁਸੀਂ ਇੰਨਾ ਮਾਣ ਸਤਿਕਾਰ ਪਿਆਰ ਦਿੰਦੇ ਆ ਤੇ ਆਪਾਂ ਤੁਰ ਫਿਰ ਕੇ ਦੇਖੀਏ ਮੇਲਾ। ਚਲਿਏ ਫਿਰ ਅੱਗੇ ਵਧਦੇ ਆਪਾਂ ਜੀ ਤੇ ਵੇਖਦੇ ਆ ਵੀ ਭਾਈ ਹੋਰ ਕਿਹੜੀਆਂ ਚੀਜ਼ਾਂ ਦੇਖਣ ਲਈ ਆ। ਰਾਜਨੀਤਿਕ ਲੋਕਾਂ ਨੂੰ ਇੱਕ ਮੇਰੀ ਬੇਨਤੀ ਆ, ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ, ਤੁਸੀਂ ਵੀ ਸਮੇਂ-ਸਮੇਂ ਤੇ ਇੱਥੇ ਆਉਣੇ, ਸਾਡੇ ਨਾਲ ਤਾਂ ਵੱਧ ਹੀ ਆਉਂਦੇ ਹੋਵੋਗੇ ਕਿਉਂਕਿ ਤੁਸੀਂ ਸਾਧਨ ਸੰਪੰਨ ਲੋਕ ਹੋ, ਪਰ ਜਦੋਂ ਤੁਸੀਂ ਇੱਥੇ ਆਉਣੇ ਹੋ ਤੇ ਇਹ ਗੱਲ ਕਹਿੰਦੇ ਕਿ ਕੈਨੇਡਾ ਅਮਰੀਕਾ ਵਰਗਾ ਅਸੀਂ ਪੰਜਾਬ ਬਣਾ ਦੇਣਾ ਤੇ ਮਾੜਾ ਮੋਟਾ ਇੱਥੋਂ ਕੁਝ ਨਾ ਕੁਝ ਨਕਲ ਮਾਰ ਕੇ ਵੀ ਉੱਥੇ ਸ਼ੁਰੂ ਕਰਿਆ ਕਰੋ। ਇਹ ਨਾ ਹੋਵੇ ਕਿਸੇ ਦਿਨ ਆ ਕੇ ਇੱਥੇ ਵੀ ਭਾੜ ਖਾ ਜਾਓ, ਪਾਣੀ ਸਾਰਾ ਪੀ ਜਾਓ, ਕਹਿੰਦੇ ਵੀ ਭਾਈ ਆ ਪਾਣੀ ਤੇ ਰਾਜਨੀਤੀ ਤੁਸੀਂ ਵੀ ਸ਼ੁਰੂ ਕਰੋ, ਉਦੋਂ ਸਭ ਖਿੱਚ ਲਿਓ ਕੰਮ ਇਥੋਂ ਦਾ। ਐ ਨਾ ਕਰਿਓ। ਤੁਸੀਂ ਸਿੱਖ ਕੇ ਜਦੋਂ ਜਾਂਦੇ ਆ ਸਾਨੂੰ ਵੀ ਮਾੜਾ ਮੋਟਾ ਪ੍ਰੇਰਿਤ ਕਰਿਆ ਕਰੋ, ਆਪ ਵੀ ਕੁਝ ਨਾ ਕੁਝ ਕਰਿਆ ਕਰੋ ਵੀ ਭਾਈ ਆਹ ਕੁਝ ਦੇਖ ਕੇ ਆਏ ਆ, ਦੁਨੀਆ ਦੇ ਵਿੱਚ ਐ ਚੱਲਿਆ ਜਾਂਦਾ, ਮੈਂ ਵੀ ਐ ਚੱਲਦਾ, ਤੁਸੀਂ ਵੀ ਐ ਚੱਲੋ। ਰਾਣਾ ਸਾਹਿਬ ਭਾਵਨਾਵਾਂ ਤੇ ਕਾਬੂ ਕਰੋ। ਚਲੋ ਚਲੀਏ ਆਜੋ ਆਜੋ ਆਓ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਸਾਡੇ ਪਿੱਛੇ ਤੁਹਾਨੂੰ ਬਹੁਤ ਖੂਬਸੂਰਤ ਨਜ਼ਾਰਾ ਦਿਖ ਰਿਹਾ। ਨਾਇਗਰਾ ਔਨ ਦਾ ਲੇਕ ਤੋਂ ਅਸੀਂ ਜਾ ਰਹੇ ਹਾਂ ਨਿਆਗਰਾ ਫਾਲ ਦੇ ਵੱਲ ਜਾਂ ਨਾਇਗਰਾ ਫਾਲ ਦੇ ਵੱਲ। ਹਾਂ ਤੇ ਫਿਰ ਅਸੀਂ ਰਾਹ ਦੇ ਵਿੱਚ ਨਾ ਬਹੁਤ ਸਾਰੇ ਫਲ ਵਾਲੇ ਬੂਟੇ ਦੇਖੇ ਆ, ਬਾਗ ਵੇਖੇ ਆ ਤੇ ਮਨ ਜਿਹੜਾ ਸੱਚੀ ਮੁੱਚੀ ਸਵਾਦ ਗੜੂੰਦ ਹੋ ਗਿਆ ਜੀ। ਬਿਲਕੁਲ। ਤੇ ਅਸੀਂ ਆਪਦੇ ਮਿੱਤਰ ਨੂੰ ਬੇਨਤੀ ਕੀਤੀ ਵੀ ਯਾਰ ਇੱਥੇ ਬ੍ਰੇਕ ਮਾਰ ਲਈਏ ਤੇ ਆਹ ਦੇਖੋ ਜੀ ਕੀ ਬਾਤ ਆ ਜੀ। ਬਿਲਕੁਲ ਤੁਸੀਂ ਵੇਖੋ ਟੈਣਾ ਤੁਸੀਂ ਕੀ ਕਹਿੰਦੇ ਆ? ਆੜੂ ਨੇ। ਹਾਂ ਬਸ ਜੀ ਆੜੂ ਹੀ ਕਹਿੰਦੇ। ਹਾਲਾਂਕਿ ਮੈਨੂੰ ਆੜੂ ਆ ਜਿਹੜਾ ਉਹ ਪਸੰਦ ਨਹੀਂ ਆ, ਪਰ ਮੈਨੂੰ ਇਹ ਪਤਾ ਵੀ ਇਹ ਬਹੁਤ ਮਿੱਠਾ, ਕਿਉਂਕਿ ਮੈਂ ਜਦੋਂ ਇੱਕ ਵਾਰ ਪਹਿਲਾਂ ਕੈਨੇਡਾ ਆਇਆ ਸੀਗਾ ਉਦੋਂ ਮੇਰੀ ਆੜੂ ਦੇ ਬਾਰੇ ਧਾਰਨਾ ਬਦਲ ਗਈ। ਉਹਦਾ ਪਤਾ ਨਹੀਂ ਲੈ ਆੜੂ ਜਾਂ ਨਾ ਹੋਵੇ ਤਾਂ। ਤੇ ਮੈਨੂੰ ਲੱਗਦਾ ਕਿ ਮੈਂ ਕੈਮਰਾਮੈਨ ਸਾਥੀ ਨੂੰ ਬੇਨਤੀ ਕਰਨਾ ਚਾਹੁੰਦੀ ਇਹਨਾਂ ਦੇ ਪਿੱਛੇ ਬਿਲਕੁਲ ਹੀ ਸ਼ਾਇਦ ਖੁਰਮਾਨੀਆਂ ਨੇ, ਜੇ ਮੈਂ ਗਲਤ ਨਹੀਂ ਆ ਤਾਂ ਇਹ ਖੁਰਮਾਨੀਆਂ ਲੱਗੀਆਂ ਹੋਈਆਂ ਨੇ। ਇੱਧਰ ਆੜੂ ਤੇ ਥੱਲੇ ਸਟ੍ਰਾਬੇਰੀਜ਼ ਲੱਗੀਆਂ ਹੋਈਆਂ ਨੇ ਟੈਣਾ ਸਾਹਿਬ। ਔਰ ਇੱਥੇ ਅਸੀਂ ਜਦੋਂ ਬਾਹਰ ਪੜਿਆ ਤਾਂ ਉੱਥੇ ਲਿਖਿਆ ਹੋਇਆ ਸੀ ਵੀ ਕਿਸੇ ਵੀ ਬੂਟੇ ਨੂੰ, ਕਿਸੇ ਵੀ ਫਲ ਨੂੰ ਤੁਸੀਂ ਹੱਥ ਨਾ ਲਾਓ, ਹੈਨਾ। ਤੇ ਇਸ ਲਈ ਅਸੀਂ ਖਾਸ ਤੌਰ ਤੇ ਪਰਮਿਸ਼ਨ ਲੈ ਕੇ ਆਗਿਆ ਲੈ ਕੇ ਤੇ ਫਿਰ ਅਸੀਂ ਇਸ ਬਾਗ ਨੂੰ ਵੇਖਣ ਲਈ ਆਏ ਆ। ਤੇ ਮੈਂ ਚਾਹੁੰਦੀ ਹਾਂ ਆਪਾਂ ਨਾਲ ਅੱਗੇ ਥੱਲੇ ਵੀ ਬਹੁਤ ਸਾਰੇ ਫਲ ਡਿੱਗੇ ਪਏ ਆ ਜੀ। ਤੇ ਇੱਧਰ ਵੀ ਦੇਖੋ ਫਲਾਂ ਦੇ ਨਾਲ ਪੂਰੇ ਲੱਦੇ ਪਏ ਦਰਖਤ ਆ। ਇਹ ਵੀ ਕਮਾਲ ਆ ਗੱਲ ਵੀ ਇਹ ਬਾਗਾਂ ਦਾ ਆਪਾਂ ਸ਼ਹਿਰ ਕਹਿ ਸਕਦੇ ਆ। ਆਲੇ ਦੁਆਲੇ ਚਾਰੇ ਪਾਸੇ ਬਾਗ ਹੀ ਬਾਗ ਆ। ਇਹ ਇੱਥੇ ਸਾਨੂੰ ਬਹੁਤ ਸਾਰੀਆਂ ਪਰਲੇ ਪਾਸੇ ਅੰਗੂਰਾਂ ਦੀਆਂ ਵੇਲਾਂ ਹੀ ਵੇਲਾਂ। ਮਤਲਬ ਇਹ ਆ ਵੀ ਇਹ ਜਿਹੜਾ ਕਿਸਾਨ ਆ, ਜਿਹੜਾ ਪਰਲੇ ਪਾਸੇ ਅਸੀਂ ਤੁਹਾਨੂੰ ਇਹਨਾਂ ਦੀ ਹੱਟੀ ਵੀ ਦਿਖਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਹੱਟੀ ਚਲਾਉਂਦੇ ਆ। ਉੱਥੇ 4-5 ਤਰ੍ਹਾਂ ਦੇ ਫਲ ਆ ਜਿਹੜੇ ਇੱਥੋਂ ਤਾਜ਼ਾ ਤੋੜ ਕੇ ਰੱਖੇ ਹੋਏ। ਜੀ ਆ ਵੇਖੋ ਟੈਣਾ ਸਾਹਿਬ, ਇਹ ਖੁਰਮਾਨੀਆਂ ਨਾਲ ਭਰਿਆ ਹੋਇਆ। ਹਾਂ ਬਿਲਕੁਲ, ਆਹ ਖੁਰਮਾਨੀਆਂ ਨਾਲ ਭਰਿਆ ਹੋਇਆ। ਅਸੀਂ ਇਹਨੂੰ ਤੋੜਾਂਗੇ ਨਹੀਂ, ਅਸੀਂ ਛੇੜਾਂਗੇ ਨਹੀਂ, ਕਿਉਂਕਿ ਇਹਦੀ ਉਹਨਾਂ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਤੇ ਆਪਾਂ ਉਹ ਕੰਮ ਕਰਨਾ ਹੀ ਕਿਉਂ ਆ ਜਿਹਦੀ ਸਾਨੂੰ ਇਜਾਜ਼ਤ ਨਹੀਂ ਮਿਲੀ। ਅਸੀਂ ਉਹਨਾਂ ਕੀ ਕੰਮ ਕਰਾਂਗੇ ਇੱਥੇ ਜਿੰਨੇ ਕਿ ਦੀ ਸਾਨੂੰ ਇਜਾਜ਼ਤ ਹੈਗੀ ਆ। ਐਵੇਂ ਜਿਹੜਾ ਬਾਅਦ ਦੇ ਵਿੱਚ ਜੋ ਚੱਪਲਾਂ ਤੋਂ ਬਿਨਾ ਭੱਜ ਗਏ ਫਿਰ ਉਹਦਾ ਫਾਇਦਾ ਕੋਈ ਨਹੀਂ। ਨਾਲੇ ਉਹ ਸਾਹਮਣੇ ਬਿਲਕੁਲ ਅੰਗੂਰਾਂ ਦੀਆਂ ਵੇਲਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਹਲੇ ਹਰੇ ਅੰਗੂਰ ਲੱਗੇ ਹੋਏ ਆ। ਹਰਮਨ ਜੀ ਨੇ ਇੱਥੇ ਜਿਹੜੇ ਬਾਹਰ ਗੋਰਾ ਸਾਹਿਬ ਆ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਤੁਸੀਂ ਖੇਤੀ ਕਰਦੇ ਹੋ? ਉਹ ਕਹਿੰਦੇ ਜੀ ਅਸੀਂ ਇਹ ਫਲਾਂ ਦੀ ਖੇਤੀ ਕਰਦੇ ਆ। ਅਸੀਂ ਤੋੜ ਕੇ ਇੱਥੇ ਬਾਹਰ ਆਪਣੀ ਹੱਟੀ ਬਣਾਈ ਹੋਈ ਆ, ਅਸੀਂ ਆਪਣੀ ਸਟਾਲ ਲਾਈ ਹੋਈ ਆ। ਇੱਥੇ ਗਾਹਕ ਆ ਕੇ ਤਾਜ਼ੇ ਫਲ ਖਰੀਦਦੇ ਆ। ਸੋ ਮਤਲਬ ਇਹ ਆ ਵੀ ਇਹਨਾਂ ਦੇ ਵੱਲੋਂ ਖੇਤੀ ਕਰਨ ਦਾ ਇਹ ਵੀ ਇੱਕ ਤਰੀਕਾ ਹੈਗਾ ਵੀ ਇੱਥੋਂ ਫਲ ਤੋੜੋ ਤੇ ਇੱਥੇ ਵੇਚ ਦਿਓ। ਸੋ ਇਹ ਵੀ ਇੱਕ ਬਹੁਤ ਵਧੀਆ ਗੱਲ ਆ ਵੀ ਤਾਜ਼ੇ ਫਲਾਂ ਦੇ ਸ਼ੌਕੀਨ ਇੱਥੇ ਆਉਂਦੇ ਆ, ਗੱਡੀ ਦੀ ਬ੍ਰੇਕ ਮਾਰਦੇ ਆ ਤੇ ਲੈ ਜਾਂਦੇ ਆ। ਪੰਜਾਬ ਦੇ ਵਿੱਚ ਜਿਵੇਂ ਕਈ ਥਾਵਾਂ ਤੇ ਹੁੰਦਾ ਨਾ ਵੀ ਜਿਹੜੇ ਵੀਰਾਂ ਨੇ ਸਬਜ਼ੀ ਦੀ ਖੇਤੀ ਕੀਤੀ ਆ ਤੇ ਬਾਹਰ ਹੀ ਮੰਜੇ ਲਾ ਕੇ ਖੇਤ ਦੇ ਤੇ ਉਹ ਉੱਥੇ ਕਰੇਲੇ, ਤੋਰੀਆਂ, ਭਿੰਡੀਆਂ ਸਾਰਾ ਕੁਝ ਰੱਖਿਆ ਹੁੰਦਾ। ਉਸ ਤਰੀਕੇ ਦੇ ਨਾਲ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਫਲ ਬਾਹਰ ਰੱਖੇ ਹੋਏ। ਔਰ ਇਸ ਸੜਕ ਦੇ ਉੱਪਰ ਇਹੋ ਜਿਹੇ ਬਹੁਤ ਸਾਰੇ ਬਾਗ ਨੇ। ਇਸ ਤੋਂ ਪਹਿਲਾਂ ਵੀ ਅਸੀਂ ਇੱਕ ਥਾਂ ਦੇ ਉੱਪਰ ਰੁਕੇ ਸੀ ਜਿੱਥੇ ਚੈਰੀਜ਼ ਸੀਗੀਆਂ, ਪਰ ਕਿਉਂਕਿ ਹੁਣ ਸਮਾਂ ਹੌਲੀ-ਹੌਲੀ ਇਸ ਵੇਲੇ ਤੱਕ ਇਹ ਦੁਕਾਨਾਂ ਜਿਹੜੀਆਂ ਨੇ, ਸਟਾਲਸ ਜਿਹੜੇ ਨੇ ਉਹ ਬੰਦ ਕਰ ਦਿੰਦੇ ਨੇ, ਉਹ ਬੰਦ ਹੋ ਚੁੱਕਿਆ ਸੀ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਉੱਥੇ ਜੌਨ ਡੀਅਰ ਵੀ ਖੜਿਆ ਸੀ। ਬਿਲਕੁਲ ਜੀ, ਉੱਥੇ ਟਰੈਕਟਰ ਵੀ ਖੜੇ ਆਪਣੇ ਪੰਜਾਬ ਵਾਲੇ। ਪਰ ਨਾ ਮੈਨੂੰ ਇੱਕ ਗੱਲ ਹਰਮਨ ਜੀ ਹੋਰ ਚੰਗੀ ਲੱਗੀ ਆ। ਉਹ ਇਹ ਲੱਗੀ ਚੰਗੀ ਮੈਨੂੰ ਅਸਲ ਦੇ ਵਿੱਚ ਬਈ ਕੋਈ ਵੀ ਬੰਦਾ ਮੰਨ ਲਓ ਵੀ ਇਹ ਜ਼ਰੂਰੀ ਨਹੀਂ ਕਿ ਹਰ ਥਾਂ ਦੇ ਉੱਤੇ ਰਾਖੇ ਹੀ ਹੋਣ। ਬਹੁਤ ਸਾਰੇ ਇਹੋ ਜਿਹੇ ਵੀ ਖੇਤ ਆਏ, ਰਾਹ ਦੇ ਵਿੱਚ ਬਾਗ ਆਏ
ਜਿੱਥੇ ਕੋਈ ਵੀ ਰਾਖਾ ਨਹੀਂ ਸੀ, ਪਰ ਉੱਥੇ ਕੋਈ ਵੀ ਕਿਸੇ ਚੀਜ਼ ਦੇ ਨਾਲ ਕੋਈ ਇਹ ਨਹੀਂ ਵੀ ਫਲ ਕੋਈ ਤੋੜ ਰਿਹਾ ਹੋਵੇ, ਤੇ ਮੈਂ ਕਿਹਾ ਆਪਣੇ ਵਾਲੇ ਪਾਸੇ ਮੂਲੀ ਨਹੀਂ ਛੱਡਦੇ ਜੀ। ਤੇ ਤੁਸੀਂ ਆਹ ਵੇਖੋ ਇੱਧਰ ਵੀ ਸਾਹਮਣੇ ਟਰੈਕਟਰ ਇੱਕ ਖੜਾ ਟਾਣਾ ਸਾਹਿਬ, ਉੱਥੇ ਕੋਈ ਚੋਰੀ ਚਾਰੀ ਵਾਲੀ ਮੇਰੇ ਖਿਆਲ ਕੋਈ ਗੱਲ ਹੈ ਨਹੀਂ, ਕਿ ਕੋਈ ਬਿਰਲਾ ਟਾਵਾ ਹੀ ਸ਼ਾਇਦ ਹੋਵੇ, ਪਰ ਬੇਨਤੀ ਹੈ ਵੀ ਭਾਈ ਸਾਰੇ ਹੀ ਵਧੀਆ ਤਰੀਕੇ ਨਾਲ ਖੇਤੀ ਉੱਥੇ ਵੀ ਕਰਦੇ ਆ ਜੀ, ਇੱਥੇ ਵੀ ਕਰਦੇ ਰਹਿਣ, ਜ਼ਿੰਦਾਬਾਦ ਸਾਰਾ ਕੁਝ ਰਹਿਣਾ ਚਾਹੀਦਾ। ਤੇ ਆਪਾਂ ਉਹ ਮੈਂ ਚਾਹੁੰਦੀ ਆ ਵੀ ਦੁਕਾਨ ਵੀ ਦਿਖਾ ਦਈਏ ਜਿੱਥੇ ਇਸ ਵੇਲੇ ਫਲ ਜਿਹੜੇ ਨੇ ਇੱਥੋਂ ਤੋੜ ਕੇ ਤੇ ਵੇਚੇ ਜਾਂਦੇ ਨੇ। ਆਪਾਂ ਗੋਰੇ ਜੱਟ ਦੀ ਹੱਟੀ ਵੀ ਦਿਖਾ ਦਈਏ, ਗੋਰੇ ਕਿਸਾਨ ਦੀ। ਤਾਂ ਮੈਨੂੰ ਲੱਗਦਾ ਜੀ ਕਿ ਇਸ ਵੇਲੇ ਨਾ ਇਹਦੇ ਵਿੱਚ ਗੋਰੇ ਕਿਸਾਨ ਦੀ ਹੱਟੀ ਹੈ ਜਿਹੜੀ, ਉਹ ਵੀ ਦਿਖਾਉਣ ਦੀ ਲੋੜ ਆ। ਆਹ ਦੇਖੋ ਜੀ, ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਆਪਣਾ ਸਾਰਾ ਜਿਹੜਾ ਉਹ ਦ੍ਰਿਸ਼ ਆਪਾਂ ਦਿਖਾਉਨੇ ਆ ਵੀ ਆਹ ਦੇਖੋ ਜੀ, ਆ ਬੀਬੀਆਂ ਵੀ ਸਾਡੇ ਬਹੁਤ ਗਾਹਕ ਆ ਇਹ, ਇਹਨਾਂ ਦੇ ਵੱਲੋਂ ਵੀ ਸਮਾਨ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ। ਇਹ ਫਲ ਖਰੀਦ ਰਹੀਆਂ ਬੀਬੀਆਂ। ਆਹ ਵੇਖੋ ਟਾਣਾ ਸਾਹਿਬ, ਗੱਡੀ ਹੈ ਜਿਹਦੇ ਉੱਪਰ ਇਹ ਸਾਰੇ ਫਲ ਰੱਖੇ ਹੋਏ ਨੇ ਇਸ ਵੇਲੇ। ਇਹਨੂੰ ਤਾਂ ਆਪਾਂ ਛੇੜ ਸਕਦੇ ਹਾਂ ਨਾ, ਇਹਨੂੰ ਛੇੜ ਸਕਦੇ ਆ ਲਓ ਜੀ, ਇਹ ਹੈਗੇ ਜੀ ਆੜੂ। ਇਹ ਸੱਚੀ ਮੁੱਚੀ ਮੈਂ ਫਿਰ ਗੱਲ ਕਹਿਣਾ, ਮੈਂ ਆੜੂ ਦਾ ਸ਼ੌਕੀਨ ਨਹੀਂ, ਕਿਉਂਕਿ ਆੜੂ ਆਪਣੇ ਵਾਲੇ ਪਾਸੇ ਖੱਟੇ ਹੁੰਦੇ ਆ, ਪਰ ਇਹ ਆੜੂ ਬਾਕਬਾਲ ਹੋਣਗੇ, ਪੁੱਛ ਕੇ ਖਾਵਾਂਗੇ ਜੀ। ਬਿਲਕੁਲ। ਤੇ ਉਸ ਤੋਂ ਇਲਾਵਾ ਆ ਵੇਖੋ ਇੱਥੇ ਬਾਕੀ ਫਲ ਵੀ ਜਿਹੜੇ ਪਏ ਨੇ, ਆ ਪਲਮਸ ਨੇ ਮੇਰੇ ਖਿਆਲ ਸੇ, ਆ ਪਲਮਸ ਪਏ ਨੇ। ਉਸ ਤੋਂ ਬਾਅਦ ਅੱਗੇ ਵੀ ਆ ਵੇਖੋ ਨਿੱਕੇ ਨਿੱਕੇ ਫਲ ਪਏ ਨੇ, ਔਰ ਤੁਸੀਂ ਆ ਵੇਖੋ ਟਾਣਾ ਸਾਹਿਬ ਇੱਥੇ ਸਟ੍ਰਾਬੇਰੀਜ਼ ਪਈਆਂ ਨੇ। ਇਹ ਸਟ੍ਰਾਬੇਰੀ ਹੈ, ਇਹ ਸਟ੍ਰਾਬੇਰੀਜ਼ ਮੈਂ ਇਹਨੂੰ ਚੈਰੀ ਬਣਾਈ ਜਾਂਦੀ ਜੀ। ਤੇ ਇਸ ਤੋਂ ਇਲਾਵਾ ਇੱਥੇ ਆਪਣਾ ਲੋਕਲ ਜਿਹੜਾ ਸ਼ਹਿਦ ਉਹ ਵੀ ਵੇਚਦੇ ਨੇ, ਤੇ ਲੋਕਲ ਜੈਮ ਵੀ ਵੇਚਦੇ ਨੇ। ਆ ਵੇਖੋ ਇਸ ਇੱਥੇ ਲਿਖਿਆ ਹੋਇਆ ਹੈ ਪਿਓਰ ਸਟ੍ਰਾਬੇਰੀ ਜੈਮ। ਹਾਂ, ਇਹ ਇੱਥੇ ਆ ਇੱਥੋਂ ਦੇ ਕਿਸਾਨ ਨੇ, ਤੇ ਉਹ ਪਰਲੇ ਪਾਸੇ ਜਿਹੜੀ ਉਹ ਬੀਬੀ ਆ ਪਤਾ ਲੈ ਕੇ ਚੱਲੀ ਖੇਤ ਨੂੰ, ਤੇ ਇਹ ਖੇਤੀਬਾੜੀ ਆ ਜੀ, ਇੱਥੋਂ ਦੀ ਖੇਤੀਬਾੜੀ ਆ, ਤੇ ਇੱਥੋਂ ਦੇ ਦ੍ਰਿਸ਼ ਆ ਇਹ। ਸੋ ਆ ਆਪਾਂ ਇੱਕ ਵਾਰੀ ਦ੍ਰਿਸ਼ ਦਿਖਾ ਦਿਓ। ਥੈਂਕ ਯੂ ਵੈਰੀ ਮਚ ਬ੍ਰੋ, ਥੈਂਕ ਯੂ ਸੋ ਮਚ, ਥੈਂਕ ਯੂ। ਹੁਣ ਆਪਾਂ ਇਹ ਦ੍ਰਿਸ਼ ਇੱਥੇ ਬੰਦ ਕਰਦੇ ਹਾਂ। ਜੇਕਰ ਕੋਈ ਅੱਗੇ ਦ੍ਰਿਸ਼ ਦੇਖਣ ਲਾਇਕ ਲੱਗਾ ਤਾਂ ਉਹਦੀ ਵੀ ਆਪਾਂ ਵੇਰਵੇ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ, ਜ਼ਰੂਰ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਜੀ, ਅਸੀਂ ਇਸ ਵੇਲੇ ਨਿਆਗਰਾ ਫਾਲ ਪਹੁੰਚ ਚੁੱਕੇ ਹਾਂ ਜੀ। ਮਗਰਲੇ ਪਾਸੇ ਹਰਮਨ ਜੀ ਪਾਣੀ ਦਾ ਖੜਕਾ, ਪਾਣੀ ਦੀਆਂ ਆਵਾਜ਼ਾਂ ਬਿਲਕੁਲ ਮਨ ਨੂੰ ਨਾ ਬਿਲਕੁਲ ਸੱਚੀ ਮੁੱਚੀ ਸਰਸ਼ਾਰ ਕਰ ਰਹੀਆਂ। ਜੀ। ਜਿੱਥੇ ਅਸੀਂ ਖੜੇ ਇੱਥੇ ਮੀਂਹ ਨਹੀਂ ਪਿਆ, ਪਰ ਧਰਤੀ ਇੱਥੇ ਗਿੱਲੀ ਆ, ਕਿਉਂਕਿ ਜਿਹੜਾ ਪਾਣੀ ਥੱਲੇ ਡਿੱਗਦਾ ਉਚਾਈ ਤੋਂ ਥੱਲੇ ਨੂੰ ਆਉਂਦਾ, ਤੇ ਜਦੋਂ ਬਾਰਿਸ਼ ਬਣ ਕੇ ਤਾਂ ਨੂੰ ਆਉਂਦਾ, ਤੇ ਉਹਦੀਆਂ ਬੂੰਦਾਂ ਇੱਥੇ ਨਾ ਕਿਣਮਣ ਭੂਜੀ ਦੇ ਤੌਰ ਦੇ ਉੱਤੇ ਮੂੰਹ ਦੇ ਉੱਤੇ ਵੀ ਪੈਂਦੀਆਂ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਤੇ ਜਿਹੜੇ ਸਫ਼ਰ ਦੇ ਉੱਪਰ ਆਪਾਂ ਨਿਕਲੇ ਸੀ, ਆਪਾਂ ਇਕੱਲੇ ਨਹੀਂ ਨਿਕਲੇ, ਆਪਣੇ ਪਰਿਵਾਰਕ ਜੀਆਂ ਨੂੰ ਵੀ ਨਾਲ ਲੈ ਕੇ ਨਿਕਲੇ ਸੀ। ਰਸਤੇ ਸਭ ਕੁਝ ਦੇਖਦੇ ਆਏ। ਕੋਸ਼ਿਸ਼ ਇਹੀ ਰਹਿੰਦੀ ਆ ਵੀ ਜਿੱਥੇ ਵੀ ਗਏ ਆ, ਜੋ ਵੀ ਦੇਖਿਆ ਉਹ ਨਾਲ ਸਾਡੇ ਪਰਿਵਾਰ ਦੇ ਜੀ, ਜਿਹੜੇ ਸਾਡੇ ਭੈਣਾਂ ਨੇ, ਵੀਰ ਨੇ, ਛੋਟੇ ਨੇ, ਵੱਡੇ ਨੇ, ਬਜ਼ੁਰਗ ਨੇ, ਜਿਨ੍ਹਾਂ ਦੇ ਅਸੀਂ ਪੈਰੀ ਹੱਥ ਲਾਉਂਦੇ ਹਰ ਥਾਂ ਤੇ, ਵੀ ਉਹਨਾਂ ਨੂੰ ਵੀ ਦਿਖਾ ਕੇ ਆ ਮੇਰੀ ਸਾਡੇ ਕੈਮਰਾਮੈਨ ਸਤਿਕਾਰਯੋਗ ਵੀਰ ਜੀ ਨੂੰ ਬੇਨਤੀ ਹੈ ਵੀ ਅੱਗੇ ਨੂੰ ਹੋ ਕੇ ਸਾਰਾ ਦ੍ਰਿਸ਼ ਆ ਜਿਹੜਾ ਉਹ ਦਿਖਾ ਦਿਓ। ਆ ਨਿਆਗਰਾ ਫਾਲ ਆ, ਇਹ ਨਿਆਗਰਾ ਫਾਲ ਮੈਂ ਦੇਖਿਆ ਪਹਿਲਾਂ ਵੀ 2-3 ਵਾਰ, ਹਰਮਨ ਜੀ ਨੇ ਪਹਿਲੀ ਵਾਰ ਦੇਖਿਆ ਹੈਗਾ। ਸਾਡੇ ਪਰਿਵਾਰਕ ਮੈਂਬਰ ਸਾਡਾ ਚਿੱਤ ਕਰਦਾ ਸੀ ਕਿ ਸਾਰਾ ਕੁਝ ਨਾਲ ਦੇਖਣ। ਆ ਪਾਣੀ ਆ ਜਿਹੜਾ ਉਚਾਈ ਤੋਂ ਥੱਲੇ ਨੂੰ ਆਉਂਦਾ। ਵੈਸੇ ਦਿਨ ਦੇ ਵੇਲੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆਉਂਦੇ ਦੇਖਣ ਦੇ ਲਈ, ਪਰ ਰਾਤ ਦੇ ਵੇਲੇ ਇੱਥੇ ਗਿਣਤੀ ਲੋਕਾਂ ਦੀ ਵੱਧ ਜਾਂਦੀ ਹੈ। ਮੈਂ ਚਾਹੁੰਦਾ ਜੀ ਕਿ ਲੋਕਾਂ ਦੀ ਗਿਣਤੀ ਨੂੰ ਵੀ ਦਿਖਾ ਦਿੱਤਾ ਜਾਵੇ। ਆਹ ਦੇਖੋ ਜੀ, ਕਿੰਨੀ ਵੱਡੀ ਗਿਣਤੀ ਦੇ ਵਿੱਚ, ਕੋਈ ਕੈਨੇਡਾ ਦਾ ਹੀ ਆ, ਕੋਈ ਅਮਰੀਕਾ ਤੋਂ ਆਇਆ, ਕੋਈ ਦੁਨੀਆ ਦੇ ਕਿਸੇ ਹੋਰ ਦੇਸ਼ ਤੋਂ ਘੁੰਮਣ ਆਇਆ, ਕੋਈ ਟੂਰਿਸਟ ਵੀਜ਼ੇ ਵਾਲਾ ਵੀਰ ਆ, ਕੋਈ ਆਪਣੇ ਮਾਪਿਆਂ ਨੂੰ ਲੈ ਕੇ ਆਇਆ, ਕੋਈ ਉੱਥੋਂ ਦਾ ਹੀ ਵਸਨੀਕ ਆ, ਕੋਈ ਕਿਵੇਂ ਆ, ਉਹ ਕਿਵੇਂ ਆ। ਸਭ ਦੇ ਵੱਖੋ ਵੱਖਰੇ ਜਿਹੜੇ ਉਹ ਕਾਰਨ ਹੋ ਸਕਦੇ ਆ। ਪਰ ਜਿਵੇਂ ਆਪਾਂ ਕਹਿੰਦੇ ਵੀ ਜੇਕਰ ਅਸੀਂ ਭਾਰਤ ਦੇ ਵਿੱਚ ਫਲਾਣੇ ਸ਼ਹਿਰ ਦੇ ਵਿੱਚ ਆਏ ਆ, ਤਾਂ ਭਾਈ ਉੱਥੇ ਆਹ ਥਾਵਾਂ ਜ਼ਰੂਰ ਦੇਖਣਯੋਗ ਆ। ਉਵੇਂ ਹੀ ਜੇਕਰ ਬੰਦਾ ਕੋਈ ਵੀ ਕੈਨੇਡਾ ਦੇ ਵਿੱਚ ਆਉਂਦਾ, ਉਹਦਾ ਚਿੱਤ ਕਰਦਾ ਜੀ ਕਿ ਮੈਂ ਟੋਰਾਂਟੋ ਦੇ ਵਿੱਚ CN ਟਾਵਰ ਵੀ ਦੇਖਾਂ, ਮੈਂ ਨਿਆਗਰਾ ਫਾਲ ਵੀ ਦੇਖਾਂ। ਕੈਨੇਡਾ ਆਉਣਾ ਤਾਂ ਸਫਲ ਮੰਨਿਆ ਜਾਂਦਾ। ਸੋ ਇਹ ਦੇਖੋ ਜੀ, ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਖੜੇ ਆ, ਪਰ ਅਸੀਂ ਥੋੜੇ ਜਿਹਾ ਉਰਲੇ ਪਾਸੇ ਹੋ ਗਏ ਆ। ਪਰਲੇ ਪਾਸੇ ਭੀੜ ਬਹੁਤ ਸੀ, ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਉੱਥੇ ਸ਼ਾਇਦ ਸਾਡੀ ਆਵਾਜ਼ ਸੁਣਾਉਣ ਦੇ ਵਿੱਚ ਕੋਈ ਦਿੱਕਤ ਆਉਂਦੀ, ਪਰ ਆਹ ਪਾਣੀ ਆ ਰਾਤ ਦੇ ਵੇਲੇ, ਇਸ ਕਰਕੇ ਲੋਕ ਵੱਧ ਆਉਂਦੇ ਆ ਵੀ ਪਾਣੀ ਦੇ ਉੱਤੇ ਲਾਈਟਾਂ ਪੈ ਰਹੀਆਂ ਜੀ। ਅਸਲ 'ਚ ਮੈਂ ਉਹ ਮਸ਼ੀਨ ਵੇਖ ਕੇ ਆਈ ਆ ਟਾਣਾ ਸਾਹਿਬ, ਜਿੱਥੋਂ ਇਹ ਲਾਈਟਾਂ ਆ ਰਹੀਆਂ ਨੇ। ਇਹ ਲਾਈਟਾਂ ਰੰਗ ਬਰੰਗੀਆਂ ਆ ਰਹੀਆਂ ਨੇ, ਔਰ ਨਾਲ ਦੀ ਨਾਲ ਇੱਕ ਚੀਜ਼ ਹੋਰ ਦੱਸਦਾ, ਜਿਹੜੀਆਂ ਸਾਹਮਣੇ ਉਹ ਲਾਈਨ ਦੇ ਵਿੱਚ ਲਾਈਟਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਉਹ ਅਮਰੀਕਾ ਦੀਆਂ ਲਾਈਟਾਂ ਨੇ। ਉਧਰਲੇ ਪਾਸੇ ਅਮਰੀਕਾ ਆ, ਇਧਰਲੇ ਪਾਸੇ ਕੈਨੇਡਾ। ਉਹ ਜਿਹੜੀਆਂ ਪਰਲੀਆਂ ਜਿਹੜੀਆਂ ਲਾਈਟਾਂ ਜਿਵੇਂ ਦੀਵਾਲੀ ਹੁੰਦੀ ਆ ਐ ਇਕਸਾਰਤਾ ਦੇ ਵਿੱਚ ਲਾਈਟਾਂ, ਉਹ ਅਮਰੀਕਾ ਵਾਲੇ ਪਾਸੇ ਆ। ਉਹ ਜਿਹੜਾ ਅੱਧਾ ਪਾਣੀ ਹੈ ਜਿਹੜਾ ਪਰਲੇ ਪਾਰੋਂ ਆ ਰਿਹਾ, ਉਹ ਅਮਰੀਕਾ ਵਾਲੇ ਪਾਸਿਓਂ ਆ ਰਿਹਾ, ਤੇ ਇਧਰਲੇ ਪਾਸੇ ਆ ਕੇ ਡਿੱਗ ਰਿਹਾ। ਸੋ ਆ ਬਾਸ਼ਪ ਬਣ ਕੇ ਇੱਥੇ 2 ਫਾਲਸ ਨੇ। ਜਿਹੜਾ ਪਰਲੇ ਬੰਨੇ ਆ ਉਹ ਅਮਰੀਕਾ ਦਾ ਫਾਲ ਆ, ਜਿਹੜਾ ਆ ਇਹ ਕੈਨੇਡਾ ਦਾ ਫਾਲ ਆ। ਔਰ ਹਰ ਪਾਸੇ ਇੱਥੇ ਰੌਣਕ ਵੇਖਣ ਨੂੰ ਮਿਲ ਰਹੀ ਆ। ਲੋਕ ਜਿਹੜੇ ਨੇ, ਕਿਉਂਕਿ ਥੱਲੇ ਤੁਸੀਂ ਜਿਹੜਾ ਸਫ਼ਰ ਆ ਉਹ ਕਿਸ਼ਤੀ ਰਾਹੀਂ ਵੀ ਕਰ ਸਕਦੇ ਹੋ, ਤੇ ਲੋਕ ਜਿਹੜੇ ਨੇ ਉਹ ਬੋਟ ਦੇ ਵਿੱਚ ਬੈਠ ਕੇ ਵੀ ਥੱਲੇ ਸਫ਼ਰ ਕਰਨ ਦੇ ਲਈ ਜਾਂਦੇ ਨੇ, ਤੇ ਅੰਦਰੋਂ ਦੀ ਫੇਰੀ ਦੇ ਰਾਹੀਂ ਜਾਂਦੇ। ਪਰ ਡਰ ਜਾ ਆਉਂਦਾ ਇੱਥੇ ਜਦੋਂ ਨਾ ਥੱਲੇ ਨੂੰ ਜਿਹੜੀ ਝਾਤ ਪਾਉਨੇ ਆ,
ਵੀ ਭਾਈ ਪਤਾ ਨਹੀਂ ਕੋਈ ਇੱਥੇ ਕਿੰਨਾ ਕੁ ਡੂੰਘਾ ਹੋਵੇ ਜਾਂ ਕਿਵੇਂ ਆ। ਹਾਲਾਂਕਿ ਲੋਕ ਵੱਡੀ ਗਿਣਤੀ ਦੇ ਵਿੱਚ ਆਉਂਦੇ ਜਾਂਦੇ ਵੀ ਆਹ ਦੇਖੋ ਜੀ ਹੁਣ ਲਾਈਟਾਂ ਇੱਕਦਮ ਡਿਮ ਜੇ ਹੋ ਗਈਆਂ, ਆਹ ਪਾਣੀ ਦੀਆਂ ਧਾਰਾਂ ਜਿਹੜੀਆਂ ਇਹ ਦੁੱਧੀਆ ਰੰਗ ਦੀਆਂ ਹੋ ਜਾਂਦੀਆਂ, ਕਦੇ ਲਾਲ ਰੰਗ ਨਿਕਲਦਾ, ਕਦੇ ਹਰਾ ਰੰਗ ਨਿਕਲਦਾ, ਆਹ ਦੇਖੋ ਜੀ ਹੁਣ ਰੰਗ ਬਦਲ ਇਹ ਨਿਆਗਰਾ ਫਾਲ ਆ। ਇਹਨੂੰ ਦੇਖਣ ਦੇ ਵਾਸਤੇ ਇੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ। ਆਲੇ ਦੁਆਲੇ ਕੈਸੀਨੋ ਵੀ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਰੈਸਟੋਰੈਂਟ ਵੀ ਆ। ਰਾਹ ਦੇ ਵਿੱਚ ਵੀ ਅਸੀਂ ਬੜਾ ਕੁਝ ਜਿਹੜੇ ਆ ਉਹ ਫਲਾਂ ਦੇ ਖੇਤ ਦੇਖੇ, ਬਾਗ ਦੇਖੇ ਆ। ਰਾਹ ਦੇ ਵਿੱਚ ਅਸੀਂ ਹੋਰ ਵੱਖ-ਵੱਖ ਥਾਵਾਂ ਦੇਖਦੇ ਆਏ ਆ। ਤੇ ਆਹ ਜੀ ਹੁਣ ਅਸੀਂ ਇਸ ਥਾਂ ਦੇ ਉੱਤੇ ਜਦੋਂ ਪਹੁੰਚੇ ਆ, ਸੱਚੀ ਮੁੱਚੀ ਮਨ ਨੂੰ ਬਹੁਤ ਚੰਗਾ ਲੱਗਾ ਵੀ ਆਹ ਦੇਖੋ ਜੀ ਕਿ ਇਸ ਤਰੀਕੇ ਨਾਲ ਜੀ ਬਿਲਕੁਲ ਇਹ ਨਜ਼ਾਰਾ ਨਾ ਬਿਲਕੁਲ ਇਹ ਦੇਖਣਾ ਚਾਹੁੰਦੇ ਸੀ ਟਾਣਾ ਸਾਹਿਬ ਵੀ। ਇਹ ਨਾ ਅਸਲ ਦੇ ਵਿੱਚ ਚਾਹੇ ਆਪਾਂ ਇਹਨੂੰ ਰੌਲਾ ਕਹਿ ਲਈਏ ਪਾਣੀ ਦਾ, ਚਾਹੇ ਸ਼ੋਰ ਸ਼ਰਾਬਾ ਕਹਿ ਲਈਏ, ਪਰ ਜੇ ਤੁਸੀਂ ਕਿਤੇ ਸ਼ਾਂਤ ਮਨ ਦੇ ਨਾਲ ਅੱਖਾਂ ਬੰਦ ਕਰਕੇ ਇੱਥੇ ਖੜ ਕੇ ਸੁਣੋ ਤਾਂ ਇਹ ਜਿਹੜੀ ਪਾਣੀ ਡਿੱਗਦੇ ਦੀ ਆਵਾਜ਼ ਹੈ ਨਾ, ਇਹ ਵੀ ਬਹੁਤ ਕੁਝ ਕਹਿੰਦੀ ਹੈ। ਹਾਂ ਬਿਲਕੁਲ ਜੀ ਬਿਲਕੁਲ। ਪਾਣੀ ਹੈ ਜਿਹੜਾ, ਪਾਣੀ ਬਿਨਾਂ ਮਨੁੱਖੀ ਜ਼ਿੰਦਗੀ ਹੈ ਨਹੀਂ ਜੀ। ਪਾਣੀ ਬਿਨਾਂ ਮਨੁੱਖੀ ਜ਼ਿੰਦਗੀ ਜਾਂ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਬੰਦਾ ਸਾਹ ਲੈਂਦਾ, ਕੋਈ ਜੀਵ ਜੰਤੂ ਸਾਹ ਲੈਂਦਾ, ਉਹਦੀ ਜ਼ਿੰਦਗੀ ਹੈ ਨਹੀਂ। ਇਹ ਪਾਣੀ ਜੀਵਨ ਦਾਨ ਵੀ ਦਿੰਦਾ, ਇਹ ਜੀਵਨ ਲੈ ਵੀ ਲੈਂਦਾ। ਜਿਵੇਂ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਾਣੀ ਆਇਆ, ਹੜ੍ਹ ਆਇਆ, ਉਹਦੇ ਕਰਕੇ 3 ਦਰਜਨ ਤੋਂ ਵੱਧ ਭੈਣਾਂ ਵੀਰਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ, ਉਹ ਵੀ ਪਾਣੀ ਦੇ ਕਹਿਰ ਕਰਕੇ। ਪਾਣੀ ਦੇ ਰਾਜਨੀਤਿਕ ਰੌਲੇ ਵੀ ਆ, ਪਰ ਇਸ ਪਾਣੀ ਦਾ ਕੋਈ ਰਾਜਨੀਤਿਕ ਰੌਲਾ ਨਹੀਂ ਆ। ਇਹ ਪਾਣੀ ਹੈ ਜਿਹੜਾ ਉਹ ਆਪਣੀ ਰਫ਼ਤਾਰ ਦੇ ਵਿੱਚ ਆਪਣੇ ਸੁਭਾਅ ਦੇ ਮੁਤਾਬਕ ਵਹਿੰਦਾ ਜਾਂਦਾ। ਇਹ ਪਾਣੀ ਜਦੋਂ ਉੱਤੋਂ ਦੁੱਧੀਆ ਰੰਗ ਦਾ ਥੱਲੇ ਆਉਂਦਾ, ਜਿਹੜਾ ਉਹ ਵਾਸ਼ਪ ਬਣ ਗਿਆ, ਦੇਖੋ ਜਿਵੇਂ ਐ ਲੱਗਦਾ ਜਿਵੇਂ ਆਪਾਂ ਕਿਸੇ ਪਹਾੜੀ ਖੇਤਰ ਦੇ ਵੱਲ ਗਏ ਹੋਈਏ ਤੇ ਉੱਥੇ ਪਹਾੜੀਆਂ ਦੇ ਵਿੱਚੋਂ ਆ ਜਿਹੜਾ ਧੂਆਂ ਜਿਹਾ ਉੱਠਦਾ ਹੁੰਦਾ ਜੀ, ਉਹ ਲੱਗਦਾ ਬਿਲਕੁਲ ਉਸ ਰੂਪ ਤੁਸੀਂ ਦੇ ਵੇਖੋ ਆਪਾਂ ਕਹਿੰਦੇ ਜਲ ਹੈ ਤਾਂ ਕਲ ਹੈ। ਗੁਰਬਾਣੀ 'ਚ ਵੀ ਪਾਣੀ ਦਾ ਜ਼ਿਕਰ ਹੈ ਨਾ। ਸੋ ਇਹ ਪਾਣੀ ਬਹੁਤ ਪਵਿੱਤਰ ਹੈ। ਪਾਣੀ ਸਦਾ ਹੀ ਆਪਾਂ ਇਹਦੀ ਪਵਿੱਤਰਤਾ ਦੀ, ਨਿਰਮਲਤਾ ਦੀ ਇਹਦੀ ਗੱਲ ਕਰਦੇ ਆ। ਸੋ ਪਾਣੀ ਦੀ ਕਦਰ ਹਰ ਇੱਕ ਇਨਸਾਨ ਨੂੰ ਕਰਨੀ ਚਾਹੀਦੀ। ਸਭ ਤੋਂ ਸੋਹਣੀ ਚੀਜ਼ ਇਹ ਟਾਣਾ ਸਾਹਿਬ, ਪਾਣੀ ਕਿੰਨਾ ਸਾਫ਼ ਸੁਥਰਾ, ਬਿਲਕੁਲ ਸਾਫ਼, ਬਿਲਕੁਲ ਕਲ-ਕਲ ਕਰਦਾ ਹੈ ਅੱਗੇ ਵਹਿੰਦਾ ਜਾ ਰਿਹਾ। ਸਭ ਤੋਂ ਮੈਨੂੰ ਇੱਕ ਗੱਲ ਹੋਰ ਚੰਗੀ ਲੱਗੀ ਹਰਮਨ ਜੀ, ਜਿਵੇਂ ਮੈਂ ਉਹਦੇ ਵਿੱਚ ਵੀ ਗੱਲ ਕਹੀ ਆ ਕਿ ਕੋਈ ਇੱਥੇ ਇਲਤ ਕਰਦਾ ਨਹੀਂ ਦੱਸਿਆ। ਦੇਖੋ ਵੱਡੀ ਗਿਣਤੀ ਦੇ ਵਿੱਚ ਲੋਕ ਆ, ਇੱਕ ਤਾਂ ਬੰਦੇ ਦੇ ਵਿੱਚ ਬੰਦਾ ਵੱਜਦਾ ਨਹੀਂਗਾ ਜੀ। ਮੇਰਾ ਖਿਆਲ ਹੈ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਲੋਕ ਹੈਗੇ ਆ। ਉਹਨਾਂ ਦੇ ਵਿੱਚੋਂ ਕਈਆਂ ਦੀ ਸਾਡੇ ਨਾਲ ਜ਼ੁਬਾਨ ਦੀ ਸਾਂਝ ਵੀ ਨਹੀਂ ਆ, ਸਾਡੀ ਬੋਲੀ ਦੇ ਨਾਲ ਸਮਝ ਨਹੀਂ ਹੈਗੀ। ਪਰ ਮੈਂ ਕਿਸੇ ਨੂੰ ਦੇਖਿਆ ਨਹੀਂ ਕਿ ਇਸ ਪਾਣੀ ਦੇ ਵਿੱਚ ਕੋਈ ਚੀਜ਼ ਸੁੱਟਦੇ ਨਹੀਂ ਦੇਖਿਆ, ਮੈਂ ਪਾਣੀ ਦੇ ਕੋਲੇ ਥੁੱਕਦੇ ਨਹੀਂ ਦੇਖਿਆ, ਇੱਥੇ ਪਿਸ਼ਾਬ ਕਰਦੇ ਨਹੀਂ ਦੇਖਿਆ, ਇੱਥੇ ਇਲਤ ਕਰਦੇ ਨਹੀਂ ਦੇਖਿਆ, ਇੱਥੇ ਗਾਲਾਂ ਕੱਢਦੇ ਨਹੀਂ ਦੇਖਿਆ, ਇੱਥੇ ਲਫੜੋ ਲਫੜੀ ਹੁੰਦੇ ਨਹੀਂ ਦੇਖਿਆ, ਇੱਥੇ ਕੋਈ ਐਵੇਂ ਇੱਕ ਪੁੱਠੇ ਪੰਗੇ 'ਚ ਲਈ ਜਾ ਕੇ ਇੱਕ ਧਕਾਈਆਂ ਕਰੀ ਜਾ ਕੇ ਉਹ ਨਹੀਂ ਦੇਖਿਆ। ਆਹ ਸਾਰੀਆਂ ਗੱਲਾਂ ਮਨ ਨੂੰ ਚੰਗੀਆਂ ਲੱਗਦੀਆਂ। ਹੋ ਸਕਦਾ ਵਿਰਲੀਆਂ ਟਾਮੀਆਂ ਥਾਵਾਂ ਦੇ ਉੱਤੇ ਇਹੋ ਜਿਹਾ ਕੁਝ ਵਾਪਰਦਾ ਵੀ ਹੋਵੇ ਚੰਗੇ ਤੋਂ ਉਲਟ, ਪਰ ਏਦਾਂ ਅਕਸਰ ਨਹੀਂ ਹੁੰਦਾ, ਜਿਹੜੀ ਕਿ ਚੰਗੀ ਗੱਲ ਆ। ਤੇ ਬਾਕੀ ਦੇਖਦੇ ਆ ਜੀ ਕਿ ਆਉਂਦੇ ਸਮੇਂ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਕਿਵੇਂ ਬਰਕਰਾਰ ਰਹਿੰਦਾ, ਸਾਰਾ ਕੁਝ ਠੀਕ ਰਵੇ, ਚੜ੍ਹਦੀ ਕਲਾ ਦੇ ਵਿੱਚ ਰਵੇ। ਅਸੀਂ ਇੱਥੇ ਹੁਣ ਕਸੀਨੋ ਤਾਂ ਨਹੀਂ ਜਾਣਾ, ਇਹ ਤਾਂ ਨਹੀਂ ਭਾਈ ਆਪਣਾ ਕੰਮ। ਆਪਾਂ ਇੱਥੋਂ ਦੇਖ ਕੇ ਤੇ ਹੁਣ ਮੇਰੀ ਇੱਕ ਬੇਨਤੀ ਆ ਜੀ ਵੀ ਆਪਣਾ ਅੱਜ ਟਾਈਮ ਵਕਤ ਹੈਗਾ ਜੀ ਤੈਅ ਹੋਇਆ ਹੈ ਪੈਟਰਿਕ ਬਰਾਊਨ ਸਾਹਿਬ ਦੇ ਨਾਲ। ਪੈਟਰਿਕ ਬਰਾਊਨ ਜਿਹੜੇ ਕਿ ਆਪਾਂ ਜਾਣਦੇ ਆ ਕਿ ਬਰੈਂਪਟਨ ਦੇ ਮੇਅਰ ਆ, ਸਿਟੀ ਆਫ ਬਰੈਂਪਟਨ ਦੇ ਮੇਅਰ ਨੇ ਉਹ, ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨੀ ਆ। ਉਹ ਸਾਡੀ ਉਡੀਕ ਕਰ ਰਹੇ ਨੇ। ਸੋ ਇੱਥੋਂ ਹੁਣ ਸਿੱਧਾ ਅਸੀਂ ਚੱਲਦੇ ਆ ਮੇਅਰ ਪੈਟਰਿਕ ਬਰਾਊਨ ਹੋਰਾਂ ਦੇ ਕੋਲ, ਉਹਨਾਂ ਦੇ ਨਾਲ ਜਿਹੜੀ ਚਰਚਾ ਉਹ ਸਾਂਝੀ ਕਰਕੇ, ਗੱਲਬਾਤ ਸਾਂਝੀ ਕਰਕੇ, ਜਿੰਨੀ ਕੁ ਅੰਗਰੇਜ਼ੀ ਆਉਂਦੀ ਆ ਉਨੀ ਕੁ ਵਰਤ ਕੇ। ਹਰਮਨ ਜੀ ਅੰਗਰੇਜ਼ੀ ਤੇ ਗੱਲ ਕਰਨਗੇ, ਮੈਂ ਅੱਜ ਵੈਸੇ ਵੇਖੂਗਾ ਵੀ ਭਾਈ ਇਹ ਅੰਗਰੇਜ਼ੀ ਠੀਕ ਬੋਲਦੇ ਆ। ਇਹ ਮੈਨੂੰ ਬਾਅਦ ਚ ਤਾਂ ਨਹੀਂ, ਤੁਸੀਂ ਮੈਨੂੰ ਬੈਂਡਸ ਦੇਣੇ ਨੇ ਬਾਅਦ ਵਿੱਚ ਕਿ ਮੈਂ ਕਿੰਨੇ ਬੈਂਡਸ ਵਾਲੀ ਅੰਗਰੇਜ਼ੀ ਬੋਲਦੀ। ਮੈਂ ਤੁਹਾਨੂੰ 15 ਬੈਂਡ ਦੇਉਂ। 9 ਹੀ ਹੁੰਦੇ ਨੇ। 9 ਹੁੰਦੇ ਆ, ਮੈਂ 9 ਉਹ 6 ਕਿਸੇ ਦੇ ਵਿਆਹ ਦੇ ਵਿੱਚੋਂ ਲਿਆਉਂ। ਨਹੀਂ ਸਫਾਈ ਕਰ ਦਿਓ, 6 ਸਫਾਈ ਵਾਲੀ, 6 ਵਿਆਹ ਵਾਲੇ ਲਿਆਉਂ, ਢੋਲੀ ਲਿਆਉਂ, ਲਿਖਾਈ ਵਾਲੇ, ਹਾਂ ਵਿੱਚ ਬਾਜਿਆਂ ਵਾਲੇ ਲੈ ਕੇ ਆਉਂ। ਜੀ ਜੀ ਜੀ। ਚਲੋ ਵੀ ਆਪਾਂ ਚੱਲਦੇ ਹਾਂ ਹੁਣ ਅੱਗੇ। ਮੇਰੀ ਬੇਨਤੀ ਹੈ ਜੀ ਕਿ ਇੱਕ ਵਾਰ ਫਿਰ ਆਲੇ ਦੁਆਲੇ ਦਾ ਦ੍ਰਿਸ਼ ਜਿਹੜਾ ਉਹ ਦਿਖਾ ਦਿੱਤਾ ਜਾਵੇ। ਸਾਡੇ ਜਿਹੜੇ ਵੀਰ ਨੇ ਬਹੁਤ ਸਤਿਕਾਰਯੋਗ, ਇਹਨਾਂ ਦੇ ਵੱਲੋਂ ਸਾਰਾ ਜਿਹੜਾ ਇਹ ਦ੍ਰਿਸ਼ ਫਿਲਮਾਇਆ ਗਿਆ। ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ। ਤੇ ਪੰਜਾਬੀ ਸਾਨੂੰ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਵੀ ਪੰਜਾਬੀ ਵਿਦਿਆਰਥੀ, ਪੰਜਾਬੀ ਭੈਣਾਂ ਵੀਰ ਮਿਲੇ ਆ, ਜਿਨ੍ਹਾਂ ਨੇ ਸਾਨੂੰ ਬੜੀ ਮੁਹੱਬਤ ਦਿੱਤੀ। ਉਹਨਾਂ ਨੇ ਚਾਹ ਦਾ ਪਿਆਲਾ ਵੀ ਸਾਂਝਾ ਕੀਤਾ, ਉਹਨਾਂ ਨੇ ਸਾਂਝਾ ਕਰਵਾਇਆ ਅਸਲ ਦੇ ਵਿੱਚ। ਉਹ ਕਹਿੰਦੇ ਵੀ ਅਸੀਂ ਚਾਹ ਦੇ ਨਾਲ ਇੱਥੇ ਪ੍ਰੋਗਰਾਮ ਤੁਹਾਡਾ ਦੇਖਦੇ ਹਾਂ ਤੇ ਅਸੀਂ ਇੱਥੇ 6 ਮਹੀਨੇ ਬਾਅਦ, 4 ਮਹੀਨਿਆਂ ਬਾਅਦ, ਸਾਲ ਬਾਅਦ ਜਦੋਂ ਵੀ ਵਕਤ ਲੱਗਦਾ ਜਾਂ ਕੋਈ ਇੰਡੀਆ ਤੋਂ, ਭਾਰਤ ਤੋਂ, ਪੰਜਾਬ ਤੋਂ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਆਉਂਦਾ, ਉਹਨੂੰ ਵੀ ਇੱਥੇ ਦਿਖਾਉਣ ਦੇ ਲਈ ਆਉਂਦੇ ਆ। ਸੋ ਚਲੋ ਜੀ ਹੁਣ ਆਪਾਂ ਇੱਥੇ ਲੈਨੇ ਵਕਫਾ ਤੇ ਹੁਣ ਚੱਲਦੇ ਆ ਪੈਟਰਿਕ ਬਰਾਊਨ ਸਾਹਿਬ ਦੇ ਕੋਲ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਟਾਣਾ ਸਾਹਿਬ, ਮੈਂ ਕਾਲੇ ਕਦਮੀ ਚਾਹੁੰਦੀ ਸੀ ਕਿ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਵੇ, ਕਿਉਂਕਿ ਆਪਾਂ ਬਹੁਤ ਖਾਸ ਗੱਲਬਾਤ ਕਰਨ ਦੇ ਲਈ ਇੱਥੇ ਮੌਜੂਦ ਹੋਏ। ਦੇਖੋ ਅਸੀਂ ਬਹੁਤ ਸਾਰੇ ਕਲਾਕਾਰਾਂ ਦੇ ਨਾਲ, ਬਹੁਤ ਸਾਰੀਆਂ ਸ਼ਖਸੀਅਤਾਂ ਦੇ ਨਾਲ ਚੱਜ ਦਾ ਵਿਚਾਰ ਦੇ ਵਿੱਚ ਗੱਲਬਾਤ ਕੀਤੀ ਆ। ਤੁਰਦੇ ਫਿਰਦੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਕਿ ਕਿਉਂ ਨਾ ਬਰੈਂਪਟਨ ਦੇ ਮੇਅਰ ਸਾਹਿਬ ਨਾਲ ਗੱਲਬਾਤ ਕੀਤੀ ਜਾਵੇ, ਪੈਟਰਿਕ ਬਰਾਊਨ ਸਾਹਿਬ ਦੇ ਨਾਲ। ਕਿਉਂਕਿ ਜਦੋਂ ਅਸੀਂ ਜਲੰਧਰ ਦੇ ਵਿੱਚ ਆਪਣੇ ਮੇਅਰ ਦੀ ਗੱਲ ਕਰਦੇ ਆ, ਉਦੋਂ ਗੱਲਾਂ ਹੋਰ ਹੁੰਦੀਆਂ।
ਜਦੋਂ ਇੱਥੇ ਆਏ ਗੱਲਾਂ ਹੋਰ ਹੁੰਦੀਆਂ। ਅੱਜ ਮੈਂ ਚੁੱਪ ਰਹੂੰਗਾ, ਮੇਰਾ ਚਿੱਤ ਕਰਦਾ ਕਿ ਅੱਜ ਮੈਂ ਚੁੱਪ ਰਵਾਂ ਕਿਉਂਕਿ ਮੇਰੇ ਥੋੜਾ ਜਿਹਾ ਸਿਰ ਦੁਖ ਰਿਹਾ। ਨਹੀਂ ਗੱਲ ਕੁਝ ਹੋਰ ਆ, ਸਾਰੇ ਜਾਣਦੇ ਨੇ ਚੰਗੀ ਤਰ੍ਹਾਂ, ਪਰ ਤੁਸੀਂ ਚੁੱਪ ਨਹੀਂ ਰਹੋਗੇ ਟਾਣਾ ਸਾਹਿਬ। ਆਪਾਂ 1 ਤੇ 1 11। ਹਾਂ ਆਪਾਂ ਕੋਈ 11 ਵਾਲੀ ਗੱਲ ਵੀ ਤਾਂ ਹੋਵੇ ਨਾ। ਅੱਜ ਮੇਰੇ 'ਚ 11 ਵਾਲੀ ਗੱਲ ਹੈ ਨਹੀਂਗੀ ਕਿਉਂਕਿ ਅੱਜ ਅੰਗਰੇਜ਼ੀ ਦਾ ਮਸਲਾ। ਮੈਂ ਨਹੀਂ ਚਾਹੁੰਦਾ ਕਿ ਮੈਂ ਐਸੀ ਅੰਗਰੇਜ਼ੀ ਬੋਲਾਂ ਕਿ ਆਈਲੈਟਸ ਦੁਬਾਰਾ ਸਿਰੇ ਤੋਂ ਲਿਖਣੀ ਪਵੇ, ਕੋਈ ਨਵੇਂ ਸਿਰੇ ਤੋਂ ਸ਼ਬਦ ਸਿਰਜਣੇ ਪੈਣ। ਇਸ ਕਰਕੇ ਆਹ ਲੋ ਤਨਖਾਹ ਤੁਸੀਂ ਵੀ ਲੈਣੇ ਹੋ। ਚਲੋ ਜੀ ਬਿਲਕੁਲ। ਸੋ ਆਪਾਂ ਗੱਲਬਾਤ ਕਰਦੇ ਹਾਂ ਮੇਅਰ ਸਾਹਿਬ ਦੇ ਨਾਲ। ਸੋ ਫਸਟ ਆਫ ਆਲ ਵੈਲਕਮ ਟੂ ਦ ਸ਼ੋ। Thank you so much. Always nice to be with our friends at Prime Asia. Thank you. So first of all, I want to know that do you know any words of Punjabi? A few. Hanji, Tika. Oh wow. ਬੱਲੇ ਬੱਲੇ ਸਰ। So how many times you been to India? I've been to India 21 times. You like India? I do. I love it. It's the country you could visit 100 times and you still haven't seen everything. What are the things you like the most in India, especially in Punjab and Punjabis? Well, I think the first question is, what were my most memorable moments in India? Yeah. Playing ice hockey up in the Himalayas in Ladakh and Leh. Wow. The backwaters of Kerala are breathtaking. Goa is a beach paradise. Yeah. But I do love the Punjab. When you go and visit Amritsar and see the Golden Temple, it's a sense of spirituality. Spent a lot of time in Jalandhar as well, and Chandigarh, of course, where we have Canadian offices. There are so many family-to-family connections in Brampton and the Punjab that when you're in the Punjab, it feels like you're at home. And that's how I feel every time I visit the Punjab. I feel like I'm at home. Yeah, you said you've been to Jalandhar too, right? We are from Jalandhar. What do you remember about Jalandhar? Any of the... ਜੀ ਵੀ ਪੈਟਰਿਕ ਬਰਾਊਨ ਸਾਹਿਬ ਦੇ ਮਨ ਦੇ ਵਿੱਚੋਂ ਕਿਵੇਂ ਪਿਆਰ ਡੁੱਲਦਾ ਬਿਲਕੁਲ ਡੁੱਲਦਾ ਪੰਜਾਬ ਦੇ ਪ੍ਰਤੀ। ਜੀ ਸਾਰੀ ਗੱਲ ਸਮਝ ਆਉਂਦੀ। ਮੈਂ ਚੁੱਪ ਕਰਕੇ ਕੁੰਨਾ ਜਿਹਾ ਬਣਿਆ ਬੈਠਾ। 22 ਟਾਈਮ ਆਏ ਇਹ। ਹਾਂ ਜੀ ਸਾਰੀ ਵਾਰ। He's saying that he is understanding each and every word of you. So any memorable days you spent in Jalandhar especially? Yeah, we've got a very successful businessman here in the GTA. His name was Jay Doss. He owns a steel plant, TV company, a banquet hall, few hotels. And he got his roots. His father was a tailor in Jalandhar. And so a number of years ago, I went with Jay, my friend, and we spent a week in Jalandhar. And he was just, he's been very successful in Canada, but never forgot his roots. For him, home is always Jalandhar. Yeah. And so that was a memorable visit. Wow. So when we talk about Canada and especially about Brampton is also second home to us, to Punjabis, right? So what do you think, what are the main issues, what are the main problems with the Punjabi students and Punjabi people over here? Well, first of all, I wouldn't put it in that negative light. What the main problem is, I think the community has been extraordinarily successful. No, I am talking about the problem they are facing in Canada about your country, and you know better about your country, right? I think what I'd say is, first of all, the community is flourishing. Yeah. I look at the example of Bikram Dhillon, runs a petroleum company, BVD. Yeah. A month ago, he donated $10 million to our hospital. $10 million. Wow. And I asked him, what made you make a donation that astonishing? And he said his story, when he came to Canada with nothing but the shirt on his back, the success he's had building a massive company was possible in Canada, in Brampton. And there are so many stories like his where people come and achieve their wildest dreams. Do we have work to do? There's always work to do. I still think there are challenges we need to address. I look at the wait times for family reunification. I look at some of the difficulties international students face. And I believe Canada needs to do a better job at helping with that journey. Yeah. But there are so many success stories. I share one other. Amarjot Sandhu sits in the provincial legislature representing Brampton. Do you know he came from the Punjab as an international student? Here he is now, sitting as our representative. Yeah. And he came, with
the dreams of an international student. That's what's possible in Brampton in Canada. Yeah, you are right. The people over here are so nice, but when we, because we got time to talk with the students, right? But they are facing huge problems, like about jobs, about their studies, about so many things. So do you have any new strategies for them that so that their future can be settled down? Well, I think the starting point is, and I give this advice for anyone watching back in the Punjab, make sure that you register with a reputable university or college. Right. You know, there are some cowboys in the industry that are not real colleges, that are trying to come and recruit in India. But you know, in Brampton, I look at TMU, I look at Sheridan, I look at Algoma. You know, those are reputable academic institutions that look out for the international students. In terms of where they're going to stay, in terms of linking education to employment, making sure they're not taken advantage of. You know, if you go to some fly-by-night college, you don't have those protections. And so my advice is, if you're coming to Canada, do your research. And if you're with a reputable university or college, that the sky is the limit in Canada. ਵਾਓ ਟਾਣਾ ਸਾਹਿਬ ਇਹ ਕਹਿ ਰਹੇ ਨੇ, ਜਦੋਂ ਮੈਂ ਇਹਨਾਂ ਨੂੰ ਸਟੂਡੈਂਟਸ ਦੇ ਬਾਰੇ 'ਚ ਗੱਲ ਕੀਤੀ, ਬਹੁਤ ਸੋਹਣੀ ਗੱਲ ਇਹਨਾਂ ਨੇ ਇਹ ਕਹੀ ਹੈ ਕਿ ਜਦੋਂ ਵੀ ਕੋਈ ਵੀ ਸਟੂਡੈਂਟ ਪੰਜਾਬ ਤੋਂ ਸਪੈਸ਼ਲੀ ਇੱਥੇ ਆਉਂਦਾ ਹੈ ਤਾਂ ਉਹਨੂੰ ਇਹ ਜ਼ਰੂਰਤ ਹੈ ਕਿ ਉਹ ਕਿਸੇ ਰੈਪਿਊਟੇਬਲ ਜਿਹੜੀ ਯੂਨੀਵਰਸਿਟੀ ਹੈ, ਕਾਲਜ ਹੈ, ਜਿਹੜਾ ਵਾਕਈ ਵਾਜਬ ਹੈ, ਉਹਦੇ ਨਾਲ ਰਜਿਸਟਰ ਕਰਕੇ ਇੱਥੇ ਆਉਣ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਨੇ। ਬਹੁਤ ਸਾਰੇ ਬੱਚੇ ਜਿਹੜੀ ਪੂਰੀ ਜਾਣਕਾਰੀ ਲੈ ਕੇ ਇੱਥੇ ਨਹੀਂ ਆਉਂਦੇ, ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਇੱਥੇ ਸਾਹਮਣਾ ਕਰਨਾ ਪੈਂਦਾ। ਤੇ ਇੱਕ ਬੇਨਤੀ ਇਹ ਹੈ ਜੀ ਕਿ ਜਿਵੇਂ ਬਰਜੇਸ਼ ਮਿਸ਼ਰਾ ਵਰਗੇ ਪਿਛਲੇ ਦਿਨੀ ਫੜੇ ਗਏ ਆ, ਜਿਨ੍ਹਾਂ ਨੇ 700 ਸਾਡਾ ਵਿਦਿਆਰਥੀ ਭਾਈਚਾਰਾ ਫਸਾ ਦਿੱਤਾ ਸੀ, ਜਿਨ੍ਹਾਂ ਨੂੰ ਕਿ ਇੱਥੋਂ ਦੇਸ਼ ਨਿਕਾਲੇ ਦੀ ਡਿਪੋਰਟ ਦੀ ਖਬਰ ਵੀ ਆ ਗਈ ਸੀ। ਉਹ ਤਾਂ ਬਾਅਦ ਦੇ ਵਿੱਚ ਸੰਘਰਸ਼ ਰੰਗ ਲਿਆਇਆ, ਧਰਨੇ ਰੰਗ ਲਿਆਏ, ਮੰਗ ਰੰਗ ਲਿਆਈ, ਰਾਜਨੀਤਿਕ ਲੋਕਾਂ ਨੇ ਵੀ ਚਲੋ ਕੂਣੀ ਮੋੜ ਕੱਟਿਆ ਇੱਥੋਂ ਦੇ ਨੇ, ਤੇ ਇਹ ਗੱਲ ਕਹੀ ਕਿ ਇਹਨਾਂ ਨੌਜਵਾਨਾਂ ਦਾ ਪੱਖ ਵੀ ਸੁਣਿਆ ਜਾਊਗਾ। ਇਹ ਪੁੱਛੋ ਵੀ ਕੀ ਭਵਿੱਖ ਦੇ ਵਿੱਚ ਵੀ ਇਹੋ ਜਿਹਾ ਕੋਈ ਏਜੰਟ ਜੇਕਰ ਗਲਤ ਧੱਕਾ ਕਰਦਾ, ਕਿਸੇ ਦੇ ਪੈਸਿਆਂ ਦੀ ਲੁੱਟ ਕਰਦਾ, ਕਿਸੇ ਦੇ ਜਜ਼ਬਾਤ ਨਾਲ ਖਿਲਵਾੜ ਕਰਦਾ, ਕਿਸੇ ਨਾਲ ਧੋਖਾ ਕਰਦਾ, ਤਾਂ ਫਿਰ ਉਹਦੇ ਲਈ ਕੋਈ ਨਵਾਂ ਕਾਨੂੰਨ, ਕੋਈ ਕੂਣੀ ਮੋੜ ਐਸਾ ਲੈ ਕੇ ਆਓ, ਟੰਗ ਦਿਓ। ਅੱਛਾ, ਮਤਲਬ ਇੰਨੇ ਸ਼ਬਦ ਹੁਣ ਮੈਨੂੰ ਲੱਭਣੇ ਪੈਣੇ ਹਾਂ, ਜਿਹੜੇ ਤੁਸੀਂ ਇਕੱਠੇ ਕਰਕੇ ਮੈਨੂੰ ਵੰਡਰਫੁਲ ਗੱਲ ਕਰਦੇ ਆ। ਤੇ he is asking that we got the news of 700 about students who are facing deportation from Canada, right? And there was a fraud by the agent with them. So are you planning any strong rules and regulations for them? If people do anything wrong with the students or people over here, then is there any strict rule or regulations you are planning? Well, first of all, I should say, you know, looks like we're able to find, you know, we're going to be able to help those students. The government has announced. Yeah. But once again, that wouldn't have happened if it was with a reputable university or college. Those letters were not from known colleges. The fact that, you know, those letters could be mimicked and replicated fraudulently is not something you'd see at another institution. And so do your research, but certainly Canada takes seriously fraud like this. And I understand that they're close to being able to prosecute those that committed this fraudulent activity. Crooked immigration consultants who tried to prey upon our young and vulnerable, you know, deserve to be held accountable and held with penal consequences. It is despicable behavior, and I hope that law enforcement agencies hold them fully accountable for their egregious, unethical, corrupt conduct. Thank you so much. Thank you. It was really nice talking to you. So, Sat Shri Akal. Sat Shri Akal. Thank you. Thank you. ਲਓ ਜੀ, ਹੁਣ ਸਮਾਪਤੀ ਕਰਦਾ ਮੈਂ। ਲਓ ਜੀ, ਮੈਂ ਪੈਟਰਿਕ ਬਰਾਊਨ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਜੀ। ਮੈਂ ਪੰਜਾਬੀ 'ਚ ਦੱਸਿਆ, ਇਹਨਾਂ ਨੇ ਅੰਗਰੇਜ਼ੀ 'ਚ ਪੁੱਛਿਆ। ਸਤਿਕਾਰਯੋਗ ਨੇ ਸਾਡੇ ਸਾਰੇ ਹੀ ਨੇਤਾ ਸਾਹਿਬਾਨ, ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੈ, ਜਿਹੜੇ ਲੋਕਾਂ ਦੀ ਗੱਲ ਕਰਦੇ, ਲੋਕਾਂ ਦੇ ਵਿੱਚ ਵਿਚਰਦੇ ਆ, ਲੋਕਾਂ ਦੇ ਚੁਣੇ ਹੋਏ ਆ। ਉਹਨਾਂ ਦਾ ਧੰਨਵਾਦ ਵੀ ਕਰਦੇ ਤੇ ਲੋਕ ਪੱਖੀ ਗੱਲਾਂ ਕਰਦੇ ਰਹਿਣ, ਉਹ ਕਿਸੇ ਵੀ ਹਿੱਸੇ ਦੇ ਵਿੱਚ ਹੈ, ਇਹਦੀ ਅਸੀਂ ਕਾਮਨਾ ਕਰਦੇ। ਹੁਣ ਆਪਾਂ ਇਜਾਜ਼ਤ ਲੈ ਕੇ ਚੱਜ ਦਾ ਵਿਚਾਰ ਤੋਂ ਜੀ ਬਿਲਕੁਲ ਇਜਾਜ਼ਤ ਲੈਂਦੇ ਆ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮੇਟਦੇ ਹਾਂ। ਹੋ ਗਿਆ ਜਾਣ ਦਾ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।